सो ਪੰਜਾਂ ਪਿਆਰਿਆਂ ਤੇ ਸਾਡੇ ਵਿਦਵਾਨਾਂ ਨੇ ਇਸ ਗਲਤੀ ਦੀ ਪਕੜ ਕਰਨੀ ਸੀ। ਪੰਜਾਂ ਪਿਆਰਿਆਂ ਤੇ ਸਾਡੇ ਸੰਤਾਂ ਨੇ ਵਿਦਵਾਨਾਂ ਨੇ ਇਸ ਗਲਤੀ ਨੂੰ ਫੜਨਾ ਸੀ, ਇਹਦੀ ਖੋਜ ਕਰਨੀ ਸੀ ਤੇ ਬਾਕੀਆਂ ਨੂੰ ਦੱਸਣਾ ਸੀ ਵੀ ਜਿਹੜੀ ਤੁਸੀਂ ਗਲਤੀ ਕਰ ਰਹੇ ਹੋ ਇਹ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਗਿਆਨ ਨਹੀਂ ਹੈ। ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ, ਉਹ ਇੱਕ ਨਿਯਮ ਹੈ, ਇੱਕ ਅਸੂਲ ਹੈ। ਉਦੋਂ ਬਾਅਦ ਜਿਹੜਾ ਨਿੱਤ ਦਾ ਕਰਮ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਸਿੱਖ ਦੀ ਨਿੱਤ ਕਰਨੀ। ਗੁਰ ਸਤਿਗੁਰ ਕਾਜੁ ਸਿੱਖ ਅਖਾਏ, ਸੋ ਭਲਕੇ ਉਠ ਨਾਮ ਧਿਆਏ। ਕੋਈ ਮਾਈ ਦਾ ਲਾਲ ਚੈਲੰਜ ਕਰ ਸਕਦਾ, ਚਾਹੇ ਪੰਜ ਪਿਆਰਾ ਹੋਵੇ, ਚਾਹੇ ਕੋਈ ਪਿੰਦਰਪਾਲ ਹੋਵੇ, ਚਾਹੇ ਅਕਾਲ ਤਖ਼ਤ ਦਾ ਜਥੇਦਾਰ, ਚਾਹੇ ਕੋਈ ਅੱਡ ਗ੍ਰੰਥੀ। ਸਾਡੀ ਕੌਮ ਦੀਆਂ ਭਾਵਨਾਵਾਂ ਭੜਕ ਗਈਆਂ ਜੀ। ਜੇ ਕੌਮ ਮੂਰਖ ਹੋ ਗਈ, ਧਰਮ ਤੋਂ ਬਾਗੀ ਹੋ ਗਈ, ਭੜਕੀ ਜਾਣਾ ਅਸੀਂ ਕੀ ਕਰੀਏ। ਮੰਨ ਕੇ ਚੱਲੋ ਮੇਰੇ ਤੇ ਕੇਸ ਪਾ ਦਿੰਦੇ ਤੇ ਫਿਰ ਕੀ ਹੁੰਦਾ, ਕੋਰਟ 'ਚ ਪੇਸ਼ ਹੁੰਦੇ। ਇਹਨਾਂ ਦੀ ਔਕਾਤ ਹੈਗੀ ਸੀ ਕੋਰਟ ਦੇ ਵਿੱਚ ਜਾ ਕੇ ਗੁਰੂ ਤੋਂ ਉੱਤੇ ਹੋਣ ਦੀ। ਸਾਰੀ ਦੀ ਸਾਰੀ ਕੌਮ ਬਦਨਾਮ ਹੋ ਜਾਣੀ ਸੀ। ਇਹ ਤਾਂ ਕੌਮ ਹੀ ਉਖੜੀ ਤੁਖੜੀ ਤੁਰੀ ਫਿਰਦੀ। ਇਹਨਾਂ ਦੀਆਂ ਭਾਵਨਾਵਾਂ ਕਿਵੇਂ ਭੜਕ ਜਾਂਦੀਆਂ। ਧਰਮ ਦੀਆਂ ਅਜੇ ਭਾਵਨਾਵਾਂ ਨਹੀਂ ਭੜਕੀਆਂ। ਇਕੱਠੇ ਹੋ ਕੇ ਇਹਨਾਂ ਨੇ ਆਪਦੇ ਗੁਰੂ ਦਾ ਗਿਆਨ ਦੀਆਂ ਹੀ ਬਾਜ਼ੀਆਂ ਲਵਾ ਛੱਡੀਆਂ। ਧਰਮ ਦੀਆਂ ਕਦੀ ਭਾਵਨਾਵਾਂ ਨਹੀਂ ਭੜਕੀਆਂ। ਨਾ ਇਹਨਾਂ ਨੂੰ ਧਰਮ ਦਾ ਕੋਈ ਫਿਕਰ ਹੀ ਹੈ। ਇਹਨਾਂ ਨੂੰ ਤਾਂ ਕੌਮ ਦਾ ਫਿਕਰ ਹੈ ਵੀ ਕੌਮ ਇੰਝ ਨਹੀਂ ਤੇ ਕੌਮ ਇੰਝ ਹੋ ਜੇ। ਕੌਮ ਸਾਜੀ ਸੀ ਧਰਮ ਦੀ ਰਾਖੀ ਕਰਨ ਵਾਸਤੇ, ਤੇ ਜਦੋਂ ਕੌਮ ਹੀ ਧਰਮ ਦੇ ਗਿਆਨ ਦੀ ਪਲਟੀ ਮਾਰ ਗਈ, ਬੋਲੇਗਾ ਕੌਣ? ਫਰਿਸ਼ਤੇ ਆ ਕੇ ਉੱਤੋਂ ਉਤਰਨਗੀਆਂ ਹੂਰਾਂ ਕਿ ਦੂਸਰੇ ਧਰਮਾਂ ਦੇ ਲੋਕ ਆ ਕੇ ਦੱਸਣਗੇ। ਜੇ ਰਾਧਾ ਸੁਆਮੀ ਮਾੜੀ ਜੀ ਗੱਲ ਛੇੜਦੇ ਤੇ ਉਹਨਾਂ ਨੂੰ ਧੱਸ ਤੁਰਦੇ। ਇੰਝ ਕਰਕੇ ਇਹਨਾਂ ਨੇ ਢੋਲ ਨਗਾਰੇ ਵਜਾਏ ਹੋਏ ਵੀ ਇਹੀ ਸੱਚ ਹੈ। ਇਹਨਾਂ ਦੇ ਸਾਹਮਣੇ ਡੀਜੇ ਲਾਉਣਾ ਪੈ ਗਿਆ। ਗਿਆਨ ਨੂੰ ਬਦਲਣ ਵਾਲਾ ਕਦੀ ਵੀ ਸਿਆਣਾ ਇਨਸਾਨ ਨਹੀਂ ਹੋ ਸਕਦਾ, ਖਾਸ ਕਰਕੇ ਆਪਦੇ ਗੁਰੂ ਦੇ ਗਿਆਨ ਨੂੰ ਇਹਨਾਂ ਬਦਲਿਆ। ਗੁਨਾਹਗਾਰ ਆ। ਧਰਮ ਦੀਆਂ ਭਾਵਨਾਵਾਂ ਨਹੀਂ ਇਹਨਾਂ ਦੇ ਸਾਹਮਣੇ। ਕੋਰਟ ਨੇ ਸਾਰੇ ਖਿੱਚ ਲੈਣੇ ਸੀ। ਆਜੋ ਕਿੱਥੇ ਲਿਖਿਆ ਆਜੋ ਕੁਛ ਕਰਦੇ ਜੀ। ਕਿੱਥੋਂ ਕੁ ਭਾਵਨਾਵਾਂ ਭੜਕੀਆਂ ਤੁਹਾਡੀਆਂ। ਤੁਹਾਨੂੰ ਬਾਬੇ ਦੀਪ ਸਿੰਘ ਦੀ ਮੜੀ ਬਣਾਉਣ ਨੂੰ ਤੁਹਾਡੇ ਗੁਰੂ ਨੇ ਕਦੇ ਆਖੇ? ਕਦੋਂ ਤੁਹਾਨੂੰ ਇਜਾਜ਼ਤ ਦੇ ਦਿੱਤੀ ਸੀ ਵੀ ਤੁਸੀਂ ਇੱਥੇ ਆਪਦੇ ਗੁਰੂ ਦੀ ਮੜੀ ਬਣਾ ਲਿਓ? ਜਿਹੜਾ ਤੁਹਾਡਾ ਗੁਰੂ ਦੀਪ ਸਿੰਘ ਭਿੰਡਰਾਲੇ ਦੀ ਤੁਸੀਂ ਇੱਥੇ ਮੜੀ ਬਣਾ ਲਿਓ। ਉੱਥੇ ਤੇ ਸਾਫ਼ ਸਫਾਈ ਲਿਖਿਆ ਗੌਰ ਮੜੀ ਮਤ ਭੂਲ ਨਾ ਮਾਨੋ। ਤੇ ਉਹ ਕਹਿੰਦਾ ਸ਼ਹੀਦਾਂ ਦੀ ਮੜੀ ਥੋੜ੍ਹੀ ਹੁੰਦੀ ਹੈ। ਤੁਹਾਡੇ ਮਰਨ ਤੇ ਉਹਨਾਂ ਦੇ ਸਥਾਨ ਬਣਨ ਤੇ ਉਹ ਮੜੀ ਨਹੀਂ ਹੁੰਦੀ। ਤੇ ਜੇ ਸਾਡੇ ਮਰਨ ਉਹਨਾਂ ਦੇ ਸਥਾਨ ਬਣ ਜਾਣ ਤੇ ਫਿਰ ਮੜੀਆਂ ਹੋ ਜਾਂਦੀਆਂ। ਇਹ ਵਿਤਕਰਾ ਕਰਨਾ ਤੁਹਾਨੂੰ ਕਿਹਨੇ ਸਿਖਾਇਆ? ਕਿਸੇ ਵੀ ਇਨਸਾਨ ਦੀ। ਆਪਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੜੀ ਬਣਾਈ ਫਿਰਦੇ। ਉਹਨਾਂ ਨੂੰ ਪਤਾ ਸੀ ਇਹਨਾਂ ਬਣਾ ਲੈਣੀ, ਇੰਨੇ ਨਿੱਕੇ ਹੈ। ਅੱਜ ਵੀ ਨਿੱਕੇ, ਉਦੋਂ ਵੀ। ਕਾਰਨ ਕੀ ਹੈ? ਧਰਮ ਦੇ ਗਿਆਨ ਤੋਂ ਹੀ ਬਾਗੀ ਹੋਏ ਫਿਰਦੇ ਆ, ਧਰਮ ਤੋਂ ਹੀ ਬਾਹਰੇ ਹੋਏ ਫਿਰਦੇ ਆ, ਆਪਣੀਆਂ ਮਰਜ਼ੀਆਂ ਚਲਾਈ ਫਿਰਦੇ ਆ। ਕੌਮ ਇੰਨੀ ਕੁ ਤਕੜੀ ਜਿੱਥੇ ਧਰਮ ਨੂੰ ਨੱਪ ਗਈ ਉੱਥੇ ਧਰਮ ਦੀ ਗੱਲ ਕਰਨ ਵਾਲਿਆਂ ਨੂੰ ਵੀ ਨੱਪਦੀ। ਪੰਥ 'ਚੋਂ ਬਾਹਰ ਕੱਢ ਦਿਆਂਗੇ ਜੀ, ਪੰਥ 'ਚੋਂ ਬਾਹਰ ਕੱਢ ਦਿਆਂਗੇ। ਲਓ ਨਿਕਲੇ ਪੈ ਜੇ ਤੁਹਾਡੇ ਪੰਥ 'ਚੋਂ ਬਾਹਰ। ਤੁਹਾਡੇ ਪੰਥ 'ਚ ਨਹੀਂ ਸ਼ਾਮਲ, ਮੈਂ ਸਤਿਗੁਰਾਂ ਦੇ ਪੰਥ 'ਚ ਸ਼ਾਮਲ ਹੈ। ਤੇ ਜਿੰਨੇ ਸਤਿਗੁਰਾਂ ਦੇ ਪੰਥ 'ਚ ਸ਼ਾਮਲ ਹੋਣਾ ਮੈਂ ਆਵਾਜ਼ਾਂ ਮਾਰਦਾ ਹੀ ਰਹਿਣਾ। ਪਹਿਲਾਂ ਵੀ ਮਾਰਦਾ ਹਾਂ ਤੇ ਹੁਣ ਵੀ ਮਾਰਦਾ। ਜਿਨ੍ਹਾਂ ਨੇ ਇਹਨਾਂ ਦੇ ਪੰਥ ਨੂੰ ਛੱਡ ਕੇ ਸਤਿਗੁਰਾਂ ਦੇ ਪੰਥ ਵਿੱਚ ਸ਼ਾਮਲ ਹੋਣਾ, ਬੜਾ ਸੌਖਾ ਪੰਥ ਹੈ ਰਸਤਾ। ਖਾਓ ਪੀਓ ਐਸ਼ ਕਰੋ ਮੌਜਾਂ ਕਰੋ। ਅਸੀਂ ਸਿੱਖ ਹਾਂ, ਬ੍ਰਾਹਮਣ ਨਹੀਂ। ਸਾਡੇ ਗੁਰੂਆਂ ਨੇ ਆਵਿਸ਼ਕਾਰ ਕੀਤਾ। ਲੰਗਰ ਚੱਲੇ। ਇਹ ਜਿਹੜੇ ਹੁਣ ਕਮਲ ਘੋੜਦੇ ਫਿਰਦੇ, 50 ਸਾਲ ਅਸੀਂ ਜੰਗਲਾਂ 'ਚ ਰਹੇ। ਉੱਥੇ ਅਸੀਂ ਜਾਨਵਰਾਂ ਦਾ ਸ਼ਿਕਾਰ ਕਰ ਕਰਕੇ ਖਾਧਾ। ਕਿਤੇ ਨਹੀਂ ਸੀ ਦਾ ਲੱਗਦਾ, ਕੋਈ ਲੂਣ ਮਿਰਚ ਨਹੀਂ ਸੀ ਮਿਲਦੀ। ਉਵੇਂ ਹੀ ਰਿੰਨ ਕੇ ਬੜੇ ਡਾਲੇ ਛਕ ਜਾਣੇ। ਉਵੇਂ ਹੀ ਸਤਿਗੁਰਾਂ ਦੇ ਹੁੰਦੇ ਆ। ਜਿੱਥੇ ਅਕਾਲ ਤਖ਼ਤ ਹੈ ਉੱਧਰ ਵੱਖਰੇ ਲੰਗਰ ਚੱਲਦੇ,
जिन्हें ये छकना ये छक लो, जिन्हें वो छकना वो छका लो। किसी को पाबंदी थोड़ी जिस तरह तुहाडा मन करदा। धर्म नूं इहदे विच ना घसीटो। धर्म कोई खेड ही और है। गुर सतगुर का जो सिख खाए सो भड़के उठ नाम ध्याए। पता नहीं किहड़े किहड़े रहत मर्यादा खड़ियां कर लियां आपदे ही उल्लूआं दियां। कितों उल्लू लिया के गुरुआं दे सामने बिठा दे ते मैनूं कुटण आ जांदे। आपदे उल्लूआं नूं सतगुर दे बराबर स्थान देण दा इन्हां दा बड़ा शौक है। क्यों? अणजाण बंदे धर्म तो बिल्कुल ही अणजाण, उदों भी ते अज भी। कोई भी संसार की ऐसी कौम नहीं हुई जिहड़े आपदे हालांकि इस संसार विच सब तो धार्मिक अवस्था विच सतगुरु होए। बाकी दे भावें जिहड़े धर्म हैं देवी देवते वो उत्थों की विद्या लिख के गए जिथे स्वर्ग है सारे ही, फिर भी उन्होंने आपदे रेबरां दे बराबर होर आपदे इंसानां नूं लिखण ही नहीं दिता। कोई किताब बननी नहीं दी। इन्हां प्यो दे पुत्तां ने आप बनाई। जे इन्हां नूं कह दईए दुनिया के सारिਆਂ नालों नीवें धार्मिक लोग हैं, मिर्चां लगदियां फिर सामने पईयां, परखां सामने पईयां, कारण सामने पै के इस कारण नीवें लोग हैं। धर्म नूं समझ ही नहीं सके। धर्म तो इन्हां दे नेड़े तेड़े दी नहीं लंघदा। भड़के उठ नाम त्याए। भड़के हुंदा अमृत वेला। अमृत वेला सच नाओ वड्याई विचार। ते अमृत वेले पोथियां फड़ियां होंदियां प्यो दे पुत्तां ने, गुड़ के फड़े हुंदे आ। पंज बाणियां दा नेम करदे हुंदे आ। जिहड़े पंज प्यारिਆਂ ने इन्हां नूं वाहिगुरू गुरमंत्र दे के तुरना सी, वो पंज प्यारे पंज बाणियां दा नेम दे के तुरदे। चाहे शाम नूं रहरास करया करो, सौण लग्या कीर्तन सोहला पढ़िया करो। जिन्नी वध तो वध गुरबाणी पढ़ी जांदी तुसीं पढ़ो। जिन्नी कंठ कर सकते जी उन्होंने नाम देंगे। मूर्खा का टोला सारा इकट्ठा होया, मूर्खा का टोला। तो सतगुरु नूं मूर्ख समझते भी ये, तो जिन्हों ने ये ग्रंथ लिखा जो कुछ भी ये लिखा होया है तो ज्ञान ही मूर्खा का। असीं तो इहनूं मनदे ही नहीं। तो मैं कहना असीं तुहानूं नहीं मनदे। असीं तो सतगुर दे सिख आ, असीं तुहाडे सिख थोड़े आ। क्यों मनीए तुहानूं? असीं तो सतगुरां नूं मन्नांगे, इस सतगुरां दे ज्ञान नूं मनदे। ते तुहानूं मनदे ही नहीं कौन जे तुसीं? कम से कम मैं तो तुहानूं जाणदा ही नहीं तुसीं कौन जे। ਜਿਹੜੇ भी पंथक मर्यादा ਨੂੰ ਮੰਨਦੇ, ਚਾਹੇ ਉਹ ਕੋਈ ਵੀ ਹੋਵੇ, ਹਾਥੀ ਦੇ ਪੈਰ 'ਚ ਸਭ ਦਾ ਪੈਰ, ਪੰਥਕ ਮਰਿਆਦਾ ਨੂੰ ਮੰਨਣ ਵਾਲਿਆਂ ਨੂੰ ਮੈਂ ਜਾਣਦਾ ਹੀ ਨਹੀਂ ਕੌਣ ਹੈ। ਧਾਰਮਿਕ ਵਿਸ਼ੇ 'ਤੇ ਧਾਰਮਿਕ ਦੁਨੀਆ 'ਚ ਮੈਂ ਨਹੀਂ ਜਾਣਦਾ ਕੌਣ ਹੈ। ਜਿਹੜੇ ਲੋਕ ਧਰਮ ਦੀ ਗਹਿਰਾਈ ਵਿੱਚ ਜਾਂਦੇ ਆ, ਧਰਮ ਨੂੰ ਲੱਭਣ ਦਾ ਯਤਨ ਕਰਦੇ ਆ, ਸਤਿਗੁਰੂ ਨੂੰ ਪੁੱਛ ਕੇ ਮਾਰਗ 'ਤੇ ਚੱਲਦੇ, ਮੈਂ ਤਾਂ ਉਹਨਾਂ ਦਾ ਯਾਰ ਆ। ਉਹ ਕਿਸ ਕੌਮ ਨਾਲ ਸੰਬੰਧ ਰੱਖਦੇ ਆ ਮੈਨੂੰ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਮੈਂ ਬਾਰ-ਬਾਰ ਆਵਾਜ਼ਾਂ ਮਾਰਦਾ ਰਹਾਂਗਾ। ਕਿਸੇ ਵੀ ਕੌਮ 'ਚੋਂ, ਚਾਰੇ ਹੀ ਕੌਮਾਂ, ਹਿੰਦੂ ਕੌਮ 'ਚੋਂ, ਬੋਧੀਆਂ ਦੀ ਕੌਮ 'ਚੋਂ, ਜੈਨੀਆਂ ਦੀ ਕੌਮ 'ਚੋਂ, ਜਾਂ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਇਹਨਾਂ ਦੀ ਕੌਮ 'ਚੋਂ, ਕੋਈ ਵੀ ਬੰਦਾ ਜਿਹੜਾ ਸਤਿਗੁਰੂ ਨੂੰ ਸਮਰਪਿਤ ਹੈ, ਜੋ ਕੁਝ ਲਿਖਿਆ ਹੋਇਆ ਉਹਦੇ ਅਨੁਸਾਰ ਚੱਲਦਾ। ਤੇ ਆਓ ਆਪਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਨਿਰਾਲਾ ਪੰਥ ਹੈ, ਇੱਕ ਗ੍ਰੰਥ ਤੇ ਇਹਦਾ ਜੋ ਰਸਤਾ ਦਰਸਾਇਆ ਹੋਇਆ, ਇਸ ਪੰਥ ਵਿੱਚ ਸ਼ਾਮਲ ਹੋਈਏ ਤੇ ਕਰਮ ਕਾਂਡਾਂ ਨੂੰ ਛੱਡ ਕੇ ਸਹਿਜ ਦਾ ਮਾਰਗ ਅਪਣਾਈਏ। ਜਿਸ ਤਰ੍ਹਾਂ ਦਾ ਵੀ ਜੀਵਨ ਹੈ ਉਹਨੂੰ ਸਹਿਜ ਸੁਭਾਅ ਚੱਲਣ ਦਈਏ, ਉਹਦੇ ਹੁਕਮਾਂ ਵਿੱਚ ਰਾਜੀ ਰਹੀਏ, ਖਾਈਏ ਪੀਏ ਆਨੰਦ ਲਈਏ। जिन्हें अमृत नहीं छकिया मूल मंत्र का जाप करिए। कोई सिर कटे दी ते सिर कोई रखे दा कोई रौला नहीं। कोई पग बन्नण दा या ना बन्नण दा, बन्नो शौक ना बन्नो, नहीं तो ना बन्नो। सिख की निशानी ये थोड़ी होंदी भी जिन्हें जूड़ा रखा हो, जिन्हें उत्ते वाल रखे होण सिख हो जाता। सिख सिक्ख्या तो हुंदा। लिबासां दा ते भेखां दा इससे विरोध है। सो कोई रौला नहीं। जिस भी गुरमुख प्यारे ने सतगुरु जी के धर्म नूं अपनाउणा, आओ हिम्मत मारिए, इकट्ठे होइए, विचारिए, सोचिए। काल तख्त
ਐਪਲੀਕੇਸ਼ਨਾਂ ਦੇਣੀਆਂ ਸ਼ੁਰੂ ਕਰੀਏ, ਇਹਨਾਂ ਦੀ ਸਿਰ ਪੀੜ ਬਣ ਗਈ, ਸਿਰ ਪੀੜ। ਇਹਨਾਂ ਨੂੰ ਇਹ ਸਿਸਟਮ ਸੰਭਾਲਣਾ ਔਖਾ ਹੋ ਜੇ। ਜੇ ਗੁਰੂ ਦੇ ਸਿੱਖ ਹੋ ਤੇ ਆਓ ਇਕੱਤਰ ਹੋਈਏ, ਇਹ ਜਿਹੜੀ ਪੰਥਕ ਮਰਿਆਦਾ ਹੈ ਇਹਦੇ ਬਰਖਲਾਫ ਇਕੱਠੇ ਹੋ ਕੇ ਹੱਲਾ ਬੋਲੀਏ, ਤਾਂ ਜੋ ਜਿਹੜੇ ਸਾਡੇ ਸਿਰ ਉੱਤੇ ਇਹਨਾਂ ਨੇ ਆਪਣੇ ਲੋਕਾਂ ਦਾ ਗਿਆਨ ਥੋਪਿਆ ਹੋਇਆ, ਉਹਨਾਂ ਲੋਕਾਂ ਨੂੰ ਵੀ ਸਾਹਮਣੇ ਲਿਆ ਸਕੀਏ, ਨੰਗੇ ਕਰ ਸਕੀਏ, ਅਤੇ ਇਹਨਾਂ ਦੀ ਮੂਰਖਤਾ ਨੂੰ ਵੀ ਜੱਗ ਜ਼ਾਹਰ ਕਰ ਸਕੀਏ। ਇਹਨਾਂ ਲੋਕਾਂ ਨੇ ਆਪਣੀ ਮੂਰਖਤਾ ਨੂੰ ਸਾਹਮਣੇ ਲਿਆਉਣ ਵਾਸਤੇ ਤਲਵਾਰ ਦੀ ਤਾਕਤ ਦਾ ਜ਼ੋਰ ਅਜਮਾਇਆ। ਇਹ ਕਹਿੰਦੇ ਸਾਨੂੰ ਰਾਜ ਤਾਕਤ ਨਾਲ ਮਿਲਿਆ, ਤਲਵਾਰ ਨਾਲ ਮਿਲਿਆ। ਇਹਨਾਂ ਭਲੇ ਮਨ ਸਾਨੂੰ ਐ ਨਹੀਂ ਪਤਾ ਸਾਨੂੰ ਸਤਿਗੁਰੂ ਦੇ ਗਏ, ਸਾਨੂੰ ਉਹਨੇ ਦਿੱਤਾ ਨਿਰੰਕਾਰ ਨੇ। ਤੇ ਭਗਉਤੀ ਨੂੰ ਸਿਮਰਦੇ, ਪ੍ਰਥਮ ਆਖੇ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਸਿਮਰਨਾ ਵਾਹਿਗੁਰੂ ਨੂੰ ਸੀ ਜਿਹਨੇ ਰਾਜ ਭਾਗ ਦਿੱਤਾ। ਪ੍ਰਥਮੇ ਵਾਹਿਗੁਰੂ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਸੋ ਜੋ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠਰ ਨਾਮ ਤੇ ਆਏ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਬਸ ਉਦਮ ਕਰਕੇ ਇਸ਼ਨਾਨ ਕਰ ਲਏ, ਸਮਝ ਲਓ ਨਾਤਾ ਗਿਆ। ਉਦਮ ਕਰਕੇ ਥੋੜ੍ਹਾ ਜਿਹਾ ਸੁਚੇਤ ਹੋ ਜਾਂਦਾ ਬੰਦਾ, ਤੇ ਉਹਦੀ ਯਾਦ ਵਿੱਚ ਜੁੜ ਪੈਂਦਾ ਉੱਥੋਂ ਹੀ ਜਿੱਥੇ ਬਾਥਰੂਮ 'ਚ ਹੁੰਦਾ, ਨਹੀਂ ਤੇ ਆਲਸ ਪਿਆ ਰਹਿੰਦਾ। ਉਦਮ ਕਰਕੇ ਇਸ਼ਨਾਨ ਕਰੇ ਤਾਂ ਜੋ ਜਿਹੜਾ ਆਲਸ ਹੈ ਉਹ ਦੂਰ ਹੋਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਜੇ ਗੁਰਬਾਣੀ ਦਾ ਪਾਠ ਕਰਨ ਦਾ ਸ਼ੌਂਕ ਨਾ ਕਰਨਾ, ਦਿਨ ਚੜ੍ਹ ਲੈਣ ਦਿਓ, ਅਤੇ ਓਨਾ ਕੁ ਕਰ ਲਓ ਜਿੰਨਾ ਕੁ ਮਨ ਸਮਝਾਵਣ ਕਾਰਨੇ ਕਛੁਕ ਪੜ੍ਹੀਏ ਗਿਆਨ। ਓਨਾ ਕੁ ਗਿਆਨ ਪੜ੍ਹ ਲਓ, ਨੇਮ ਨਾ ਬਣਾਓ। ਨੇਮ ਮਹਾਂ ਮੂਰਖਾਂ ਦੀ ਖੇਡ ਹੈ। ਜਿੰਨੇ ਵੀ ਧਰਮ ਵਿੱਚ ਨੇਮ ਬਣਾਏ ਪਾਠ ਪੜ੍ਹਨ ਦੇ, ਮੂਰਖ ਲੋਕ ਸਨ ਸਾਰੇ ਹੀ। ਅੱਜ ਵੀ ਮੂਰਖ ਲੋਕ ਹਨ ਧਰਮ ਦੀ ਦੁਨੀਆ ਦੇ। ਉਤਰਾ ਚਾਹੇ ਜਿੰਨੇ ਮਰਜ਼ੀ ਸਿਆਣੇ ਹੋਣ, ਸਮਝਦਾਰ ਹੋਣ, ਪਰ ਧਰਮ ਦੀ ਦੁਨੀਆ ਦੇ ਸਿੱਖ ਧਰਮ ਵਿੱਚ ਮੂਰਖ ਲੋਕ ਹਨ ਜਿਨ੍ਹਾਂ ਨੇ ਨੇਮ ਬਣਾਏ। ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਕਿਤੇ ਨੇਮ ਦਾ ਜ਼ਿਕਰ ਹੀ ਨਹੀਂ ਆਉਂਦਾ, ਪ੍ਰੇਮ ਦਾ ਜ਼ਿਕਰ ਹੈ। ਬੇਪਰਵਾਹ ਹੋ ਕੇ ਆਪਦੀ ਗੱਲ ਮਨਾਉਣ ਵਾਸਤੇ ਤਲਵਾਰਾਂ ਲੈ ਕੇ ਆ ਗਿਆ ਅੱਤਵਾਦੀ ਬਣ ਕੇ। ਜੜ ਵੱਢੀ ਜਾਏਗੀ, ਖਤਮ ਹੋ ਜਾਣਗੇ, ਜੋ ਮਰਜ਼ੀ ਕਰ ਲੈਣ। ਇਹ ਜਿਹੜੇ ਅੱਤਵਾਦੀ ਬਣ ਕੇ ਆਏ ਸਨ, ਇਹ ਸੰਸਥਾ ਹੀ ਖਤਮ ਹੋ ਜਾਏਗੀ। ਸਤਿਗੁਰੂ ਹੈ ਵਿਖਾਏਗਾ ਇਹਨਾਂ ਨੂੰ ਹੱਥ ਹੋਣਾ। ਲੈ ਲੈਣਾ ਬਦਲੇ ਮੇਰੇ ਯਾਰ ਨੇ। ਮੈਂ ਉਦੋਂ ਹੀ ਕਿਹਾ ਸੀ ਫੇਸਬੁੱਕ 'ਤੇ ਲਾਈਵ ਹੋ ਕੇ, ਤਾਂ ਬਦਲਾ ਮੇਰੇ ਯਾਰ ਨੇ ਤੇਰੇ ਯਾਰ ਤੋਂ ਲਿੱਤਾ। ਮੈਨੂੰ ਇੱਕ ਨੂੰ ਕੁੱਟ ਕੇ ਕਹਿ ਤਾਂ ਸਾਰਿਆਂ ਨੂੰ ਪਈਆਂ। ਉਹੀ ਫੇਸਬੁੱਕ ਜਿਹਦੇ ਉੱਤੇ ਮੇਰੀ ਲਾਲਾ ਲਾਲਾ ਕਰਦੇ ਸੀ, ਉਸੇ ਫੇਸਬੁੱਕ 'ਤੇ ਨਾ ਸਾਰਿਆਂ ਦੀ ਲਾਲਾ ਲਾਲਾ ਹੋਈ। ਕਿਹਨੇ ਕਰਵਾਈ? ਉਹਨੇ। ਅਕਲ ਦੇ ਉਹਨੇ ਹੋ। ਗਿਆਨ ਨੂੰ ਤੁਸੀਂ ਸਮਝ ਨਹੀਂ ਸਕੇ, ਧਰਮ ਨੂੰ ਤੁਸੀਂ ਸਮਝ ਨਹੀਂ ਸਕੇ, ਅਤੇ ਹੁਣ ਤੁਸੀਂ ਆਂਦੇ ਜੇ ਅਸੀਂ ਸਤਾ ਉਮਰ ਆਪਦੀ ਤਲਵਾਰ ਦੇ ਜ਼ੋਰ ਨਾਲ ਆਪਦਾ ਗਿਆਨ ਹੀ ਲੋਕਾਂ ਵਿੱਚ ਵਰਤਾਈ ਜਾਣਾ ਅਤੇ ਵੰਡੀ ਜਾਣਾ। ਇਹ ਕਿਵੇਂ? ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਬਹਿੰਦਿਆਂ ਉੱਠਦਿਆਂ ਬੈਠੇ ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਏ। ਹਰ ਨਾਮ ਵਾਹਿਗੁਰੂ, ਹਰ ਨਾਮ ਵਾਹਿਗੁਰੂ, ਹਰ ਨਾਮ ਵਾਹਿਗੁਰੂ। ਅਤੇ ਵਾਹਿਗੁਰੂ ਕੁਝ ਪ੍ਰਾਪਤ ਕਰਨ ਵਾਸਤੇ ਨਹੀਂ ਕਹਿਣਾ, ਵਾਹਿਗੁਰੂ ਕਹਿਣਾ ਤਾਂ ਜੋ ਸਾਡੇ ਪਾਪ ਧੁੱਪਦੇ ਜਾਣ। ਇਹਨੂੰ ਮਥਣਾ ਹੈ ਮਧਾਣੀ ਦੀ ਤਰ੍ਹਾਂ ਰਿੜਕਦੀ ਦੁੱਧ, ਇਹਦੇ ਵਿੱਚੋਂ ਰਤਨ ਨਿਕਲਣਗੇ, ਮਿਠਾਸ ਨਿਕਲੇਗੀ। ਕਿੰਨੇ ਚਿਰ 'ਚ? 10, 20, 30, 40 ਸਾਲ ਵੀ ਲੱਗ ਸਕਦੇ। ਪੁਰਬਲੇ ਜਨਮਾਂ ਦੀ ਬੰਦਗੀ ਹੋਈ ਤੇ ਮਹੀਨੇ 2 ਮਹੀਨਿਆਂ 'ਚ ਵੀ ਗੱਲ ਬਣ ਸਕਦੀ ਹੈ, 1-2 ਸਾਲਾਂ 'ਚ ਵੀ ਗੱਲ ਬਣ ਸਕਦੀ ਹੈ। ਕੋਈ ਸਮਾਂ ਨਿਰਧਾਰਤ ਨਹੀਂ। ਪੁਰਬਲੇ ਜਨਮਾਂ ਦੀ ਬੰਦਗੀ ਨੇ ਕੰਮ ਕਰਨਾ। ਇਸ ਜਨਮ ਵਿੱਚ ਬੰਦਗੀ ਕਰਕੇ ਜਾਓ, ਅਗਲੇ ਜਨਮ ਵਿੱਚ ਬੋਲੇਗੀ, ਅੱਗੇ ਤੁਰੇਗੀ, ਜਿੱਥੇ ਛੱਡ ਕੇ ਆਓਗੇ ਉੱਥੇ ਚੱਲੇਗੀ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਏ। ਉੱਠਦਿਆਂ ਬਹਿੰਦਿਆਂ ਸਦਾ ਪਰਮਾਤਮਾ ਦਾ ਨਾਮ ਧਿਆਉਣਾ ਹੈ, ਜਪਣਾ ਹੈ। ਪੋਥੀਆਂ ਨਹੀਂ ਪੜ੍ਹਨੀਆਂ, ਗੁਟਕੇ ਨਹੀਂ ਪੜ੍ਹਨੇ। ਸਮਾਂ ਆਏਗਾ ਸਭ ਪੋਥੀਆਂ ਸਮਾਪਤ ਹੋ ਜਾਣਗੀਆਂ, ਆਪਦੇ ਹੱਥੀਂ ਕਰਨਗੇ ਗੁਟਕੇ। ਜਿਹੜੇ ਰਹਿ ਜਾਣਗੇ ਉਹ ਸਿੱਖ ਧਰਮ ਵਿੱਚੋਂ ਬਾਗੀ ਲੋਕ ਅਖਵਾਉਣਗੇ ਵੀ ਸਿੱਖ ਧਰਮ ਵਿੱਚੋਂ ਬਾਗੀ ਲੋਕ ਹਨ। ਉਹਨਾਂ ਨੂੰ ਲੋਕ ਆਖਿਆ ਕਰਨਗੇ ਇਹਨਾਂ ਨੇ ਬਗਾਵਤ ਕੀਤੀ ਹੋਈ ਆਪਦੇ ਗੁਰੂ ਨਾਲ। ਬਹੁਮਤ ਇਹਨਾਂ ਨੂੰ ਕਵੇਗੀ। ਕਰਮਕਾਂਡੀ ਲੋਕ ਹਨ। ਬੜਾ ਚਿਰ ਇਹਨਾਂ ਨੇ ਕਰਮਕਾਂਡ ਦਾ ਆਸਰਾ ਲਿਆ ਅਤੇ ਸਾਨੂੰ ਵੀ ਕਰਮਕਾਂਡ 'ਚ ਸੁੱਟ ਛੱਡਿਆ। ਕਿਉਂ?
ਨਾਨਕ ਕਹਿੰਦਾ ਹੋਏ ਕਿ ਰਤਨ ਪਰਖਣ ਜਾਏ, ਅੰਨਿਆਂ ਵਿਚਾਰਿਆਂ ਨੇ ਰਤਨ ਨੂੰ ਪਰਖਣ ਵਾਸਤੇ ਟੱਕਰਾਂ ਮਾਰੀਆਂ ਤੇ ਰਤਨ ਨੂੰ ਪਰਖਣ ਦੀ ਜਾਂਚ ਨਹੀਂ ਸੀ। ਇਹ ਗੁਰਬਾਣੀ ਕਿੰਨਾ ਕੁ ਕੀਮਤੀ ਰਤਨ ਹੈ। ਇਹ ਕਿੱਥੋਂ ਜਾ ਕੇ ਇਹ ਸਤਿਗੁਰਾਂ ਦੇ ਮੁਖਾਰਬਿੰਦ ਵਿੱਚ ਆਈ, ਹਿਰਦੇ ਵਿੱਚ ਆਈ, ਅੰਦਰੋਂ ਉਹਨਾਂ ਨੇ ਉਚਾਰਨ ਕੀਤੀ। ਉਹ ਅਵਸਥਾ ਕਿਹੜੀ ਸੀ ਉੱਥੋਂ ਤੱਕ ਪਹੁੰਚਣਾ। ਆਪੇ ਨੂੰ ਮਾਰ ਕੇ, ਆਪੇ ਨੂੰ ਮਿਟਾ ਕੇ, ਮੈਂ ਨਹੀਂ ਹਾਂ, ਮੈਂ ਨਹੀਂ, ਕੁਛ ਹੋ ਨਹੀਂ, ਕੁਛ ਆਏ ਨਾ ਮੋਰਾ, ਕੁਛ ਵੀ ਨਹੀਂ ਇੱਥੇ ਤੇ ਮੇਰਾ ਹੈ ਹੀ ਕੁਛ ਨਹੀਂ। ਜਿਨ੍ਹਾਂ ਨੇ ਆਪੇ ਨੂੰ ਮਾਰਿਆ, ਜਿਨ੍ਹਾਂ ਨੇ ਆਪੇ ਨੂੰ ਸਮਾਪਤ ਕੀਤਾ, ਜਿਨ੍ਹਾਂ ਨੇ ਉਹਦੇ ਤੇ ਡੋਰੀਆਂ ਸੁੱਟੀਆਂ, ਜਿਨ੍ਹਾਂ ਨਿਰੰਕਾਰ ਨੂੰ ਤੂੰ ਹੀ ਕਿਹਾ, ਤੂੰ ਦਾ ਜਾਪ ਕੀਤਾ, ਤੇਰੇ ਹਵਾਲੇ, ਚਾਹੇ 1 ਸਕਿੰਟ ਹੀ ਸਹੀ, ਮਾਲਕ ਜੀ ਤੇਰੇ ਹਵਾਲੇ, ਮੇਰਾ ਜੀਵਨ ਤੇਰੇ ਹਵਾਲੇ, ਚਾਹੇ 1 ਸਕਿੰਟ ਹੀ। ਆਹ ਜਿਹੜਾ ਸਕਿੰਟ ਮੇਰਾ ਚੱਲਦਾ, ਅਗਲੇ ਸਕਿੰਟ ਦਾ ਕੋਈ ਪਤਾ ਨਹੀਂ। ਇਸ ਸਕਿੰਟ ਸੱਚੀ ਮੁੱਚੀ ਮੇਰਾ ਜੀਵਨ ਤੇਰੇ ਹਵਾਲੇ, ਤੂੰ ਹੀ ਹੈ ਕਰਨ ਵਾਲਾ। ਹਾਜ਼ਰੀਆਂ ਨਹੀਂ ਲਵਾਉਣੀਆਂ ਉਹਦੇ ਤੋਂ, ਮੈਂ ਜਪ ਲਿਆ ਜੀ, ਅਰਦਾਸਾਂ ਨਹੀਂ ਕਰਨੀਆਂ, ਵਾਹਿਗੁਰੂ ਮੈਂ ਇੰਨਾ ਨਾਮ ਜਪ ਲਿਆ, ਇੰਨਾ ਤੇਰਾ ਪਾਠ ਕਰ ਲਿਆ ਤੇ ਮੇਰੀ ਹਾਜ਼ਰੀ ਪ੍ਰਵਾਨ ਕਰੀ। ਉਹਦਾ ਮੂਰਖਾ, ਤੂੰ ਮੂਰਖ ਹੈ ਤੇ ਮੈਨੂੰ ਵੀ ਮੂਰਖ ਸਮਝਣਾ। ਜਦੋਂ ਤੂੰ ਇਰਾਦਾ ਬਣਾਇਆ ਸੀ ਮੈਨੂੰ ਤਾਂ ਉਦੋਂ ਵੀ ਪਤਾ ਸੀ ਤੂੰ ਇਰਾਦਾ ਬਣਾਇਆ, ਤੇ ਜਦੋਂ ਤੂੰ ਨਾਮ ਜਪਿਆ ਮੈਨੂੰ ਪਤਾ ਵੀ ਨਾਮ ਜਪਿਆ। ਤੂੰ ਕੀ ਸਮਝਦਾ ਵੀ ਮੈਂ ਮੂਰਖ ਹੈ ਤੇਰੇ ਵਰਗਾ? ਤੂੰ ਕੀ ਸਮਝਦਾ ਵੀ ਮੈਂ ਘੱਟ ਕੇ ਅੰਤਰ ਕੀ ਜਾਣਤਾ? ਐਵੇਂ ਲਿਖਤਾ ਸਤਿਗੁਰਾਂ ਨੇ ਵੀ ਸਤਿਗੁਰੂ ਮੂਰਖ ਸਨ ਲਿਖਣ ਵਾਲੇ। ਇਹ ਤਾਂ ਸਮਝਦੇ ਵੀ ਮੂਰਖ ਸਨ। ਇਹ ਤਾਂ ਕਹਿੰਦੇ ਅਰਦਾਸਾਂ ਸਾਡੀਆਂ 'ਚ ਬਲ ਬੜਾ ਹੈ, ਤਾਕਤ ਬੜੀ ਹੈ, ਸਮਰੱਥਾ ਬੜੀ ਹੈ। ਸਹਿਜ ਦਾ ਮਾਰਗ ਅਪਣਾਇਆ ਹੀ ਨਹੀਂ। ਕਿਉਂ? ਅੰਧੇ ਕਿ ਰਾਹ ਦੱਸੀ, ਕਹਿੰਦਾ ਹੋਏ ਸੋ ਜਾਏ। ਇਹਨਾਂ ਅੰਨਿਆਂ ਦੇ ਰਾਹ 'ਤੇ ਉਹੀ ਚੱਲੇਗਾ ਜਿਹੜਾ ਖੁਦ ਅੰਨਾ ਹੋਏਗਾ। ਇਹ ਤਾਂ ਅਗਿਆਨੀ ਲੋਕ ਹਨ, ਧਰਮ ਦੀ ਦੁਨੀਆ ਦੇ ਅਗਿਆਨੀ ਲੋਕ, ਜਿਨ੍ਹਾਂ ਨੂੰ ਸਾਹਮਣੇ ਪਿਆ ਗਿਆਨ ਹੀ ਨਹੀਂ ਦਿਸ ਰਿਹਾ, ਲਿਖਿਆ ਹੋਇਆ ਦਿਖਾਈ ਨਹੀਂ ਦੇ ਰਿਹਾ, ਆਪਦੀ ਭਾਸ਼ਾ 'ਚ ਹੀ ਲਿਖਿਆ। ਅੱਜ ਤੱਕ ਸਿੱਖ ਕੌਮ 'ਚੋਂ ਇੱਕ ਵੀ ਬੰਦਾ ਮੇਰੇ ਸਾਹਮਣੇ ਵਿਚਾਰ ਕਰਨ ਵਾਸਤੇ ਨਹੀਂ ਆਇਆ ਵੀ ਜੋ ਕੁਝ ਇਹ ਅਸੀਂ ਪੰਥਕ ਮਰਿਆਦਾ ਬਣਾਈ ਹੋਈ ਇਹ ਜਾਇਜ਼ ਹੈ ਜਾਂ ਨਜਾਇਜ਼ ਹੈ। ਇੱਕ ਵੀ। ਕਿਉਂ? ਇਹਨਾਂ ਨੂੰ ਪਤਾ ਸੀ ਗਲਤ ਆ। ਮੈਂ ਕਿਤੇ ਐ ਨਹੀਂ ਵੀ ਲੁਕਿਆ। ਜੇ ਮੈਂ ਧਰਮ ਦੇ ਬਰਖਲਾਫ ਜਾਂਦਾ ਹੁੰਦਾ ਤੇ ਅੱਜ ਨੂੰ ਇਹ ਜਿੱਡੇ ਜਾਬਰ ਲੋਕ ਆ ਇਹਨਾਂ ਭੜਕਾ ਦੇਣਾ ਸੀ। ਇਹਨਾਂ ਨੂੰ ਪਤਾ ਅੱਗੇ ਧਰਮ ਹੈ, ਕੋਲਾ ਨਾਸ ਕਰ ਦੇਗਾ, ਕੋਲਾ ਆਪਣੇ ਆਪ ਹੀ ਨਾਸ ਹੋ ਜਾਣਗੀ। ਸਮਝ ਹੀ ਨਹੀਂ ਲੱਗੇਗੀ ਕੀ ਹੁੰਦਾ ਹੈਗਾ, ਕਿੱਧਰ ਨੂੰ ਖਤਮ ਹੁੰਦੀਆਂ ਜਾਂਦੀਆਂ। ਆ ਵੇਖਦੇ ਜਾਓ, ਅੱਜ ਜਿਹੜੇ ਆਏ ਸੀ ਨਾ ਮੇਰੇ ਤੇ ਚੜ੍ਹ ਕੇ, ਸਭ ਦੇ ਫਲ ਝਾੜਤੇ, ਸਭ ਦੇ ਹੀ। ਤੇ 4 ਬੰਦੇ ਰਗੜਤੇ ਜੀ, ਇਹ ਨਹੀਂ ਉੱਠ ਸਕਦੇ। ਜਿਉਂ ਸਮਾਂ ਪੈਂਦਾ ਜਾਵੇਗਾ ਇਹਨਾਂ ਦਾ ਮਹਿਲ ਮਨਾਰਾ ਢਹਿੰਦਾ ਜਾਏਗਾ, ਇਹਨਾਂ ਦਾ ਸਿਸਟਮ ਢਹਿੰਦਾ ਜਾਏਗਾ। ਇਹ ਅੰਦਰੋਂ ਰੋਣਗੇ, ਕਰਲਾਉਣਗੇ, ਸਿਸਟਮ ਨੂੰ ਸ਼ੁੱਧ ਕਰਨ ਦਾ ਯਤਨ ਕਰਨਗੇ, ਉਵੇਂ ਵਿਗੜਦਾ ਜਾਏਗਾ। ਇੱਕ ਪਛਤਾਵਾ ਪੱਲੇ ਰਹਿ ਜਾਏਗਾ, ਫਿਰ ਕਹਿਣਗੇ ਵਾਕਈ ਗੱਲ ਸਿਆਣਿਆਂ ਦੀ ਕਹੀ ਆ, ਉਹ ਸੱਚ ਆ। ਕ੍ਰੋਧ ਹਮੇਸ਼ਾ ਮੂਰਖਤਾ ਤੋਂ ਸ਼ੁਰੂ ਹੁੰਦਾ, ਬੇਸਮਝੀ ਤੋਂ ਸ਼ੁਰੂ ਹੁੰਦਾ, ਪਛਤਾਵੇ 'ਤੇ ਖਤਮ ਹੁੰਦਾ। ਪਛਤਾਵਾ ਹੀ ਪੱਲੇ ਰਹਿ ਜਾਂਦਾ, ਕੱਖ ਵੀ ਨਹੀਂ ਪੱਲੇ ਰਹਿ ਜਾਂਦਾ, ਪਛਤਾਉਂਦੇ ਰਹਿਣਗੇ। ਧਰਮ ਨਾਲ ਟਾਕਰਾ ਲੈ ਲਿਆ ਸਿੱਧਾ ਹੀ ਆ ਕੇ, ਧਰਮ ਤੋਂ ਉੱਤੇ ਦੀ ਕੌਮ ਹੋ ਗਈ। ਧਰਮ ਤੋਂ ਅਸੀਂ ਆਂਦੇ ਵੱਧ ਵੱਡੇ ਹੁੰਦੇ ਹਾਂ। ਧਰਮ ਸਾਡੇ ਅੱਗੇ ਕੁਛ ਵੀ ਨਹੀਂ ਹੈ, ਤੇ ਇੱਕ ਗ੍ਰੰਥ ਹੀ ਹੈ ਜਿਹੜਾ ਅਸੀਂ ਆਪਦੇ ਹੱਥਾਂ ਨਾਲ ਤਿਆਰ ਕੀਤਾ, ਐਂ ਸੋਚਦੇ ਆ। ਉਹੀ ਹੈ ਨਾ ਜਿਹੜਾ ਪ੍ਰੈਸ 'ਚੋਂ ਕੱਢਿਆ, ਉਹੀ ਹੈ ਨਾ ਜਿਹਦੀ ਸ਼੍ਰੋਮਣੀ ਕਮੇਟੀ ਨੂੰ ਪੈਸੇ ਦੇ ਕੇ ਆਏ, ਖਾਣ ਦਾ ਸਾਧਨ ਬਣਿਆ, ਇਸਤੇਮਾਲ ਹੋ ਰਿਹਾ। ਮੰਨਿਆ ਨਹੀਂ ਜਾ ਰਿਹਾ ਇਹਦੇ 'ਚ ਕੀ ਲਿਖਿਆ ਹੋਇਆ। ਲਿਖਿਆ ਵੀ ਸਾਡੀ ਭਾਸ਼ਾ 'ਚ ਹੈ, ਇੰਝ ਨਹੀਂ ਵੀ ਪੜ੍ਹਦੇ ਨਹੀਂ, ਪੜ੍ਹਨ ਦਾ ਵੀ ਬੜਾ ਸ਼ੌਂਕ ਹੈ। ਬੜੇ ਅਖੰਡ ਪਾਠ ਕਰਦੇ, ਬੜੇ ਸਹਿਜ ਪਾਠ ਕਰਦੇ, ਬੜੀਆਂ ਸੁਖਮਣੀਆਂ ਕਰਦੇ। ਘਰਾਂ ਦੇ ਵਿੱਚ ਵੀ ਸ਼ੌਂਕ ਨਾਲ ਇਹਨਾਂ ਨੇ ਭਾਗ ਰੱਖੇ ਹੋਏ 2 ਟੋਟੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ, ਤੇ ਉਹਦੇ 'ਤੇ ਪਾਠ ਰੱਖਦੇ ਤੇ ਉਹਦੀਆਂ ਅਰਦਾਸਾਂ ਕਰਦੇ, ਪਾਠ ਰੱਖਿਆ ਪ੍ਰਵਾਨ ਕਰ ਲਈ। ਕਿਉਂ? ਅੰਨਿਆਂ ਨੇ ਰਾਹ ਵਿਖਾਇਆ ਹੋਇਆ, ਅੰਨਿਆਂ ਨੇ। ਅੰਧੇ ਕੇ ਰਾਹ ਦੱਸੀਏ ਤੇ ਪਿੱਛੇ ਅੰਨੇ ਤੁਰ ਰਹੇ। ਇਹਨਾਂ ਅੰਨਿਆਂ ਦੇ ਦੱਸੇ ਹੋਏ ਮਾਰਗ 'ਤੇ ਪਿੱਛੇ ਅੰਨਿਆਂ ਦੀ ਫੌਜ ਤੁਰ ਰਹੀ। ਇਹ ਅੰਨਿਆਂ ਦੀ ਫੌਜ ਆ, ਜਿਨ੍ਹਾਂ ਨੂੰ ਗੁਰੂ ਦਾ ਗਿਆਨ ਸਾਹਮਣੇ ਦਿਖਾਈ ਨਹੀਂ ਦੇ ਰਿਹਾ। ਪੜ੍ਹਦੇ ਵੀ ਆ,
खोज नहीं करते। अंदर की खोज तो इन्होंने की करनी सी, ये गुरबाणी लिखी हुई की भी खोज नहीं कर रहा। जो कुछ साढ़े सतगुरु जी लिख गए वो की है, खोज तो करिए, एवं तरह टक्करा मारी चलीए कि सानू हुक्म भी है पोथियां पढ़न का, गुड़ के पढ़न का, क्यों असी क्यों टक्करा मार रहे हैं। आम बंदे की तो गल छड्डो, चलो आम बंदा करे तो करे, विद्वान जिहड़े संगतां नूं बह के पिंदरपाल सिंह करके पंज बाणियां का नियम नहीं छड्डना, उदों तो लैके अज तक मैं ये मगर लगा होया, सुसरी तरह सुता होया, एक भी गल का जवाब नहीं दिता। इतिहास ने तो माफ नहीं करना। इतिहास तो कहेगा पिंदरपाल सिंह नूं ते परमजीत नूं बार बार अकाल तख्त के जहदार नूं ते हड्ड ग्रंथी नूं बार बार बंदा आवाज़ां मारदा रहा, एक भी बंदे ने आवाज़ नहीं दी, सुसरी तरह ही सुते रहे। तो फौज आ गई अतवादियों की चढ़ के धर्म नूं लताड़न वास्ते कि असीं धर्म नूं खत्म कर देना, कि असीं आपदा जिहड़ा ज्ञान है, जो असीं पंथक मर्यादा बनाई हुई, ये बरखिलाफ किसी नूं बोलण नहीं देना। धर्मिया धर्मिया एवं नहीं खड़ा करके साध गुरु नानक पातशाह बथेरे आए इस संसार च, बथेरे आए तो बथेरे गए। कोई ऐस संसार में आके अपना वखरा धर्म खड़ा करने में कामयाब नहीं होया जिथे हिंदू रहिंदे आ। बोधियां दी ऐसी दी तैसी फेर छड्डी इन्हें हिंदू समाज ने, पर सतगुरु नानक पातशाह कोले ताकत सी, उही ताकत वरतदी इत्थे बच्चू, उही ताकत वरतदी है। सारे संसार च झूठे हो जाओगे, कोर्ट च जाके झूठे हो जाओगे, अदालतां च जाके झूठे हो जाओगे, दूसरियां बरादरियां के लोग आउणगे, तुसीं झूठे हो जाओगे। सारा संसार कहेगा एडे अज्ञानी लोग आपदे धर्म के बरखिलाफ खलोगे। सरकारां दे बरखिलाफ खलोना तो इन्हां दे सुभाਅ आ, आपदे धर्म के बरखिलाफ ही अड़ गए, ते जिहड़े अड़ गए सो चढ़ गए। अड़े सो चढ़े, सरन पढ़े सो तरे, सरन पाओ सतगुरां दी। अंधे के राय दसिए, अंधा होए सो जाए, होए सजाखा नानका सो कि उजड़ पाए, तो उजड़ है। जिन्ने भी कर्म हो रहे उजड़ है, उजाड़ बियाबान। ये अंदर नूं नहीं जाता राह, तो बाहरमुखी, अंतरमुखी नहीं। अंतरमुखी की है? परमात्मा की याद में बैठना, वाहिगुरू जी की याद में बैठना। वाहिगुरू जी तू है, बैठना मतलब मन नूं टका के रखना, वाहिगुरू वाहिगुरू बोलना, तो मन कोई होर कार्रवाई ना करता हो, कुछ मंगता ना हो, दिमाग के छां छां ना किते मंग रहा हो, कन्नां दी टीं टीं ना मंग रहा हो, कोई चिड़ियां का बोलना या संसार की कोई धन दौलत मंग ना रहा हो। कुछ मन शांत हो, मन सहज विच हो, इन्नी छेती थोड़ा हो जाना। जे को आखे अज भी मैं तुरया भी नहीं तो अज ही पवां तो मेरा मन शांत भी हो जाएगा, मेरा मन इस पैसे में लगनी लग पवेगा ना। सतगुरु जी के आके गए सन आखण औखा साचा ना, बड़ा औखा है। पोथियां पढ़नियां बड़ियां सौखियां, गुड़ के पढ़ने बड़े सौखे। ताइयों इन्होंने शैतान लोगों ने पोथियां ते गुड़ के बना ले भी चलो वो काम तो होना नहीं जो सतगुरु दस गए। जिद्दी साड़ी क्वालिटी है, जितों किते असी लैवल के लोग हाँ उन्ना कर लीए तो चोरी फड़ी जाती, फड़ी गई तो चोर फिर साधा नूं कुटना गए, साधा ने रगड़ते, विचार नहीं करना है। जिस ग्रंथ की पूजा करते, जिस ग्रंथ नूं मत्थे टेकते, जिस ग्रंथ ते चौर करते, जिस ग्रंथ पिछे लोगों नाल लड़ते फिरते, हाय बेअदबी होगी, हाय बेअदबी होगी, आप घोर बेअदबी करते फिरते, उस ग्रंथ की, उस ग्रंथ के बरखिलाफ डट के खलोते हुए, अड़ के खलोते हुए, जुरत नाल खलोते हुए, ताकत नाल खलोते हुए, चुंटी नाल खलोते हुए, इकत्तर हो गए खलोते हुए सारे जाने। धर्म है, घेरे बन्यो ही हरा देगा, घेरे बन्यो ही। पैर गांह पुट्टण का यतन करनगे पछाह नूं लई जाएगा। घेरे बन्यो ही लोगों के, दूसरे धर्मां के, हाई कोर्ट के, सुप्रीम कोर्ट के हमले होने शुरू होणगे, बयानबाजी आउणी शुरू हो जाएगी। एक ही जो कुछ कर रहे हैं, जिस तरह के लोग हैं, इस धर्म ग्रंथ में तो लिखे ही कुछ नहीं। ये तो आपके धर्म ग्रंथ तो ही बागी लोग, फिर पछतावा आएगा। तो फिर पछताया होत के जब चिड़ियाँ चुग गई खेत,
ਪਹਿਲਾਂ ਹੀ ਸੰਭਲ ਜੋ ਵੀਰੋ। ਗੁਰੂ ਦੀ ਮਰਿਆਦਾ ਨਹੀਂ ਇਹ, ਇਹਨਾਂ ਦੀ ਬਣਾਈ ਮਰਿਆਦਾ ਹੈ, ਅੰਨਿਆਂ ਦੀ। ਤੇ ਅੰਨੇ ਕੇ ਰਾਹ ਦੱਸੀਏ, ਪਿੱਛੇ ਅੰਨੇ ਹੀ ਚੱਲਦੇ ਹੈ। ਗੁਰੂ ਦੀ ਮਰਿਆਦਾ ਅਨੁਸਾਰ ਪਰਮਾਤਮਾ ਦਾ ਨਾਮ, ਜਿਹਨੇ ਅੰਮ੍ਰਿਤ ਨਹੀਂ ਛਕਿਆ, ਮੂਲ ਮੰਤਰ ਸੁਜਾਖਿਓ। ਧਾਰਮਿਕ ਅੱਖਾਂ ਤੁਹਾਨੂੰ ਅੰਦਰੋਂ ਆਤਮਿਕ ਤੌਰ 'ਤੇ ਖੋਲ੍ਹਣ ਦੀ ਲੋੜ ਹੈ। ਆਪਦੀਆਂ ਅਧਿਆਤਮਿਕ ਅੱਖਾਂ ਖੋਲ੍ਹੋ। ਅਧਿਆਤਮਿਕ ਗ੍ਰੰਥ ਹੈ, ਇਹਦੇ ਬਰਾਬਰ ਜਿੰਨੇ ਵੀ ਗ੍ਰੰਥ ਲਿਆ ਕੇ ਰੱਖੇ ਹੋਏ ਨਾ, ਸਾਰਿਆਂ ਦਾ ਵਿਰੋਧ ਕਰਨਾ ਸ਼ੁਰੂ ਕਰੋ। ਖਾਸ ਕਰਕੇ ਸੂਰਜ ਪ੍ਰਕਾਸ਼ ਦਾ। ਉਹ ਜਿਹੜੀ ਸੜੀ ਜਿਹੀ ਕਿਤਾਬ ਇਹਨਾਂ ਨੇ ਬਣਾਈ ਹੈ ਨਾ, ਐਡੇ ਨੀਵੇਂ ਲੋਕ ਆ ਇਹ, ਐਡੇ ਨਿੱਕੇ ਲੋਕ ਆ। ਆਪਦੀ ਤਾਕਤ ਨਾਲ ਆਪਣੇ ਆਪ ਨੂੰ ਧਾਰਮਿਕ ਅਖਬਾਰ ਹੈ ਦੁਨੀਆ ਦੇ ਵਿੱਚ ਵੀ ਸੋਹਣੇ ਸੋਹਣੇ ਪਾ ਕੇ, ਉੱਤੋਂ ਦੀ ਬਸਤਰ ਪਹਿਨ ਕੇ, ਪਜਾਮੀਆਂ ਭੀੜੀਆਂ ਪਾ ਕੇ, ਐਨ ਰਾਗਾਂ ਦੇ ਵਿੱਚ ਕੀਰਤਨ ਸਿੱਖ ਕੇ, ਇੱਕ ਜਣਾ ਪੜ੍ਹੇਗਾ ਤੇ ਦੂਜਾ ਜਣਾ ਕਥਾ ਕਰੇਗਾ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰ ਰਹੇ ਹੁੰਦੇ ਆ। ਇੰਨੇ ਘਟੀਆ ਕੁਆਲਿਟੀ ਦੇ ਧਾਰਮਿਕ ਲੋਕ ਹੈ। ਐਵੇਂ ਨਹੀਂ ਇਹਨਾਂ 'ਤੇ ਇਲਜ਼ਾਮ ਲਾਤਾ ਵੀ ਇਸ ਸੰਸਾਰ ਦੇ ਸਾਰਿਆਂ ਨਾਲੋਂ ਨੀਵੇਂ ਧਾਰਮਿਕ ਲੋਕ ਹੈ। ਜਿੱਥੇ ਕੌਮ ਦੀ ਗੱਲ ਆਉਂਦੀ, ਸਾਰਿਆਂ ਨੂੰ ਉੱਚੇ ਲੋਕ ਹੈ। ਇਹੋ ਜਿਹੀ ਹੋਰ ਕੋਈ ਕੌਮ ਨਹੀਂ ਜਿਹੜੇ ਆਪਦੇ ਗੁਰੂ ਨੂੰ ਲਤਾੜ ਗਈ ਹੋਵੇ, ਜਿਹੜੇ ਆਪਦੇ ਗੁਰੂ ਦੇ ਗਿਆਨ ਦੀਆਂ ਹੀ ਬਾਜ਼ੀਆਂ ਲਵਾ ਗਈ ਹੋਵੇ, ਜਿਹਨੇ ਆਪਦੇ ਗੁਰੂ ਦੇ ਗਿਆਨ ਦੇ ਬਰਾਬਰ ਆਪਦੇ ਪੰਥ ਖੜਾ ਕਰਕੇ ਤੇ ਉਹਦੀ ਮਰਿਆਦਾ ਖੜੀ ਕਰ ਲਈ ਹੋਵੇ। ਇਸ ਸੰਸਾਰ 'ਚ ਹੋਰ ਕੋਈ ਕੌਮ ਨਹੀਂ। ਇਹਦੋਂ ਵੱਡੀ ਹੋਰ ਕਿਹੜੀ ਬਹਾਦਰੀ ਹੋ ਸਕਦੀ? ਇਹਦੋਂ ਵੱਡੀ ਹੋਰ ਕਿਹੜੀ ਸੂਰਮਤਾਈ ਹੋ ਸਕਦੀ? ਇਹਦੋਂ ਵੱਡਾ ਸੂਰਮੇ ਵਾਲਾ ਕੰਮ ਕਿਹੜਾ ਹੋ ਸਕਦਾ? ਆਪਦੇ ਮਹਾਂਪੁਰਸ਼ਾਂ ਨੂੰ ਮੰਨਣਾ, ਤੇ ਜਿਹੜੇ ਸਤਿਗੁਰ ਤੇਗਾ ਮਾਰ ਕੇ ਗਏ, ਜਿਨ੍ਹਾਂ ਸਤਿਗੁਰਾਂ ਨੇ ਧਰਮ ਸਥਾਪਿਤ ਕੀਤਾ, ਉਹਨਾਂ ਦੇ ਗਿਆਨ ਨੂੰ ਕੇਵਲ ਪੜ੍ਹ ਕੇ ਸਾਰ ਲਓ ਤੇ ਆਪਣੇ ਆਪ ਨੂੰ ਧਾਰਮਿਕ ਅਖਵਾਓ। ਧਾਰਮਿਕ ਹੋਣ ਦਾ ਠੱਪਾ ਆਪ ਹੀ ਲਾਈ ਜਾਓ। ਐਸੀ ਕਾਰਨ ਸਤਿਗੁਰੂ ਨੇ ਇਹੋ ਜਿਹੇ ਬੰਦਿਆਂ ਬਾਰੇ ਲਿਖਿਆ ਸੀ। ਸਤਿਗੁਰੂ ਜੀ ਕਹਿੰਦੇ ਹਨ, ਨਾਨਕ ਅੰਧਾ ਹੋਏ ਕਿ ਰਤਨਾ ਪਰਖਣ ਜਾਏ। ਕੋਈ ਵੀ ਬੰਦਾ ਜਿਹੜਾ ਅਧਿਆਤਮਿਕ ਮਾਰਗ 'ਤੇ ਚੱਲਿਆ ਹੀ ਨਹੀਂ, ਅਜੇ ਸਵਰਗ ਤੱਕ ਵੀ ਨਹੀਂ ਪਹੁੰਚਿਆ, ਅੰਦਰ ਕੋਈ ਖੇਡ ਨਹੀਂ ਵਰਤੀ ਉਹਦੇ, ਮਾੜਾ ਮੋੜ ਬੰਦਾ ਕੋਈ ਉੱਠ ਕੇ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੇ ਅਰਥ ਕਰਨ ਲੱਗ ਪਏ ਤੇ ਇਹ ਬੰਦੇ ਉਹਨੂੰ ਅਸੈਪਟ ਕਰ ਜਾਣ, ਪ੍ਰਵਾਨ ਕਰ ਜਾਣ, ਇਹਦੋਂ ਨੀਵੀਂ ਤੇ ਹੋਰ ਕੋਈ ਗੱਲ ਨਹੀਂ ਹੋ ਸਕਦੀ। ਜਿਸ ਅਧਿਆਤਮਿਕ ਅਵਸਥਾ ਵਿੱਚ ਜਾ ਕੇ ਗ੍ਰੰਥ ਲਿਖਿਆ ਉਹਦੇ ਨੇੜੇ ਤੇੜੇ ਵੀ ਨਾ ਗਏ ਹੋਣ ਤੇ ਉਹ ਕੋਈ ਟੀਕਾ ਕਰ ਦੇਣ ਤੇ ਉਹਨਾਂ ਦੇ ਕੀਤੇ ਟੀਕੇ ਹੋਏ ਨੂੰ ਇਹ ਪ੍ਰਵਾਨ ਕਰ ਲੈਣ। ਇਹ ਸਾਡੇ ਸਾਹਿਬ ਸਿੰਘ ਦਾ ਟੀਕਾ ਹੁੰਦਾ ਜੀ। ਤੇ ਹੁਣ ਬੰਦਾ ਪੁੱਛੇ ਵੀ ਸਾਹਿਬ ਸਿੰਘ ਨੂੰ ਰੂਹਾਨੀਅਤ ਬਾਰੇ ਕੀ ਪਤਾ ਸੀ? ਕੀ ਹੈ ਰੂਹਾਨੀਅਤ? ਹੁੰਦੀ ਕਿੱਥੇ, ਉਹ ਕਿਸ ਤਰ੍ਹਾਂ ਦੀ ਹੁੰਦੀ, ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਸੀ। ਬਾਲੀ ਰੋਏ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਤੇ ਸਾਹਿਬ ਸਿੰਘ ਹੀ ਲਿਖਦਾ, ਨਿੱਕੀ ਜੀ ਬਾਲੜੀ ਹੁੰਦੀ ਨਾ ਜਿਹੜੀ, ਆਖੇ ਉਹ ਰੋਂਦੀ ਆ, ਉਹਨੂੰ ਵਰ ਨਹੀਂ ਮਿਲਿਆ। ਇਹ ਜਿੰਨੀ ਵੀ ਗੁਰਬਾਣੀ ਲਿਖੀ ਆ, ਇਹ ਸਰੀਰਕ ਤਲ 'ਤੇ ਨਹੀਂ ਲਿਖੀ, ਰੂਹਾਨੀਅਤ ਦੇ ਤਲ 'ਤੇ ਲਿਖੀ ਆ। ਇਹ ਆਤਮਾ ਦੀ ਗੱਲ ਉਹ ਪਰਮਾਤਮਾ ਨਾਲ ਸਾਰੀ। ਵਿਆਹ ਹੋਆ ਮੇਰੇ ਬਾਬਲਾ, ਜਿੱਥੇ ਜਾ ਕੇ ਆਤਮਾ ਦਾ ਪਰਮਾਤਮਾ ਨਾਲ ਵਿਆਹ ਹੋਣਾ, ਇਹ ਉੱਥੋਂ ਦੀ ਗੱਲ ਆ। ਸਰੀਰ ਦੇ ਤਲ ਦੀ ਗੱਲ ਹੀ ਨਹੀਂ ਹੈ, ਸਰੀਰ ਦੇ ਲੈਵਲ ਦੀ ਗੱਲ ਹੀ ਨਹੀਂ। ਤੇ ਗੱਲ ਹੀ ਸਾਰੀ ਇਹਦੇ 'ਚ ਸਰੀਰ ਦੇ ਲੈਵਲ ਦੀ ਕੀਤੀ, ਕਿਉਂਕਿ ਜਿਹੜਾ ਅਰਥ ਕਰ ਰਿਹਾ ਉਹ ਸਰੀਰ ਦੇ ਲੈਵਲ ਦਾ, ਨਾ ਕਿ ਅਧਿਆਤਮਿਕ ਲੈਵਲ ਦਾ। ਬੰਦਾ ਤੁੱਕਾ ਮਾਰ ਕੇ ਕੋਈ ਨਾ ਕੋਈ ਅਧਿਆਤਮਿਕ ਗੱਲ ਕਰੇਗਾ, ਰੂਹਾਨੀਅਤ ਦੀ ਗੱਲ ਕਰੇਗਾ, ਤੁੱਕਾ ਮਾਰ ਕੇ, ਅੰਦਰੋਂ ਤੇ ਨਹੀਂ ਨਾ ਨਿਕਲੀ। ਜਿੰਨਾ ਚਿਰ ਤੁਸੀਂ ਰੂਹਾਨੀਅਤ ਦੇ ਮਾਰਗ 'ਤੇ ਅੰਦਰ ਡੂੰਘੇ ਨਹੀਂ ਜਾਂਦੇ, ਕਮ ਸੇ ਕਮ ਇਸ ਗ੍ਰੰਥ ਵਿੱਚ ਜੋ ਕੁਛ ਲਿਖਿਆ ਤੁਹਾਨੂੰ ਸਮਝ ਨਹੀਂ ਆ ਸਕਦੀ। ਜਿਹੜੀ ਸਾਡੀ ਆਤਮਾ ਹੈ, ਜਿਹੜੀ ਸਾਡੀ ਸੋਚ ਹੈ, ਜਿਹੜੀ ਸਾਡੀ ਵਿਚਾਰ ਹੈ, ਜਿਹੜੀ ਸਾਡੀ ਬੁੱਧੀ ਹੈ, ਜਿਹੜੀ ਸਾਡੀ ਅਕਲ ਹੈ, ਇਹ ਤਾਂ ਸਮਝ ਹੀ ਨਹੀਂ ਸਕਦੀ ਅਧਿਆਤਮਿਕ ਨੂੰ। ਇਹ ਕਿਵੇਂ ਸਮਝ ਸਕਦੀ? ਫਿਰ ਕੀ ਕਰਨਾ? ਇਹਨੂੰ ਪਿੱਛੇ ਕਰਨਾ ਤੇ ਸਤਿਗੁਰੂ ਦੇ ਗਿਆਨ ਨੂੰ ਅੱਗੇ ਰੱਖਣਾ। ਸਤਿਗੁਰੂ ਜਾਣਦੇ ਜੀ, ਜਿਸ ਤਰ੍ਹਾਂ ਸਤਿਗੁਰੂ ਕਹਿੰਦੇ ਆ ਨਾ, ਅੰਨੇ ਹੋ ਕੇ ਤੁਰ ਪਓ। ਅੰਧ ਵਿਸ਼ਵਾਸ ਇੰਨਾ ਕੁ ਜ਼ਿਆਦਾ ਹੋਵੇ ਸਤਿਗੁਰਾਂ 'ਤੇ, ਜੋ ਸਤਿਗੁਰਾਂ ਨੇ ਕਿਹਾ ਸੱਚ ਹੀ ਆ। ਕਹਿੰਦੇ ਨਹੀਂ ਯਾਰ, ਕਿਤੇ ਗਲਤੀ ਹੋ ਗਈ ਇਹਨਾਂ ਤੋਂ। ਇਹ ਜਿੰਨੇ ਵੀ ਸਾਡੇ ਗੁਰੂ ਹੋਏ ਇਹਨਾਂ ਦੇ, ਜਾਂ ਜਿੰਨੇ ਭਗਤ ਹੋਏ ਆ, ਕਿਤੇ ਨਾ ਕਿਤੇ ਗਲਤੀ ਇਹਨਾਂ ਤੋਂ ਜ਼ਰੂਰ ਹੋਈ ਆ। ਜਿਸ ਤਰ੍ਹਾਂ ਅਸੀਂ ਝੂਠ ਬੋਲਦੇ ਹਾਂ ਨਾ, ਐਵੇਂ ਇਹਨਾਂ ਨੇ ਵੀ ਕਿਤੇ ਨਾ ਕਿਤੇ ਝੂਠ ਬੋਲਿਆ।
सच नहीं लिख के गया गुरु ग्रंथ साहब 'ਚ। यही कारण है ਅਸੀਂ ਇਸ ਗ੍ਰੰਥ ਦੇ ਗਿਆਨ ਨੂੰ ਨਕਾਰ ਕੇ ਪਿਛਾਂਹ ਸੁੱਟ ਕੇ ਅਸੀਂ ਆਪਦਾ ਗਿਆਨ ਤਿਆਰ ਕੀਤਾ ਹੋਇਆ ਅਤੇ ਉਸ ਗਿਆਨ ਅਨੁਸਾਰ ਹੀ ਅਸੀਂ ਧਾਰਮਿਕ ਹਾਂ ਅਤੇ ਧਾਰਮਿਕ ਕਰਮ ਕਰ ਰਹੇ ਹਾਂ। ਸਾਡੇ ਗੁਰੂ ਬਹੁਤੇ ਸਿਆਣੇ ਨਹੀਂ ਸਨ, ਸੂਝਵਾਨ ਨਹੀਂ ਸਨ, ਵਿਦਵਾਨ ਨਹੀਂ ਸਨ। ਇਹਨਾਂ ਲੋਕਾਂ ਦਾ ਇਹ ਮੰਨਣਾ ਕਹਿੰਦੇ ਸਾਡੇ ਜਿਹੜੇ ਵਿਦਵਾਨ ਇਹ ਬੜੇ ਸਿਆਣੇ। ਪਤਾ ਨਹੀਂ ਕਿੱਥੋਂ ਕਿੱਥੋਂ ਇਹਨਾਂ ਨੇ ਇਕੱਠੇ ਕੀਤੇ, ਸਤਿਗੁਰ ਦੇ ਲਿਆ ਕੇ ਬਰਾਬਰ ਬਿਠਾਤੇ। ਬੜਾ ਮੈਂ ਨਿੱਕਾ ਜਿਹਾ ਹੁੰਦਾ ਸੀ, ਮੁੱਛ ਫੁੱਟਦੀ, ਆਪਦੇ ਸਹੁਰੇ ਪਰਿਵਾਰ ਗਿਆ ਅਤੇ ਉੱਥੇ ਸਿਰ ਉੱਤੇ ਟੋਪੀ ਲੈ ਲਈ ਮੈਂ, ਆਪਣੇ ਆਪ ਨੂੰ ਬੜਾ ਤਲੰਤਰ ਘੁਮਾਉਂਦਾ। ਉਹਦਾ ਤੈਨੂੰ ਨਹੀਂ ਪਤਾ ਰਹਿਤ ਮਰਿਆਦਾ 'ਚ ਕੀ ਲਿਖਿਆ? ਮੈਂ ਕਿਹਾ ਕੀ ਲਿਖਿਆ? ਆਖੇ ਹੋਏ ਸਿਰ ਸਿੱਖ ਸਿਰ ਟੋਪੀ ਧਰੇ ਅਤੇ 7 ਜਨਮ ਕੁਸ਼ਤੀ ਹੋਏ ਮਰੇ। ਮੈਂ ਇਹੋ ਜਿਹੇ ਕੁੱਤੇ ਦੇ 100 ਸਿਰ ਵਿੱਚ ਛੱਤਰ ਅਤੇ 7 ਚੁੱਲ੍ਹਿਆਂ ਦੀ ਸਵਾਹ ਜਿਹਨੇ ਲਫ਼ਜ਼ ਲਿਖੇ ਕੰਜਰ ਨੇ। ਉਹਦੀ ਆਵਾਜ਼ ਨਿਕਲ ਗਈ। ਸਹੁਰਾ ਪਰਿਵਾਰ ਸੀ ਮੇਰਾ, ਜਾਣਦੇ ਸਨ ਮੈਨੂੰ ਮੁੱਢ ਤੋਂ ਲੈ ਕੇ ਮੈਂ ਕਿਵੇਂ ਦਾ। 100 ਛੱਤਰ ਝੋਕੇ ਦਾ ਪਾਣੀ ਉਹਦੇ ਸਿਰ 'ਚ, ਜਿਹਨੇ ਇਹ ਲਫ਼ਜ਼ ਲਿਖੇ ਆ, ਹੋਏ ਸਿੱਖ ਸਿਰ ਟੋਪੀ ਧਰੇ 7 ਜਨਮ ਕੁਸ਼ਤੀ ਹੋਏ ਮਰੇ। ਬੇਵਕੂਫ ਦੇ ਪੁੱਤਰ ਨੂੰ ਇੰਨਾ ਨਹੀਂ ਪਤਾ ਲੱਗਾ ਧਰਮ ਦਾ ਸਰੀਰਾਂ ਦੇ ਵਸਤਰਾਂ ਨਾਲ ਕੋਈ ਲੈਣਾ ਦੇਣਾ ਨਹੀਂ। ਸਾਡੇ ਸਤਿਗੁਰੂ ਠੋਕ ਵਜਾ ਕੇ ਲਿਬਾਸ ਦਾ ਵਿਰੋਧ ਕਰਕੇ ਗਏ ਅਤੇ ਸਾਡੇ 5 ਗੁਰੂ ਸਾਹਿਬਾਨ ਟੋਪੀ ਸਿਰ ਉੱਤੇ ਪਹਿਨਦੇ ਰਹੇ। ਜਦੋਂ ਗਰਿਆਈ ਮਿਲਦੀ, ਸੇਲੀ, ਟੋਪੀ, 5 ਪੈਸੇ, ਨਾਰੀਅਲ, ਕਿਰਪਾਨ ਭੁੱਲ ਗਏ। ਕਿਹਨਾਂ ਨੂੰ ਕੁਸ਼ਤੀ ਹੋਣ ਦਾ ਤੁਸੀਂ ਸਰਾਪ ਦੇ ਰਹੇ ਜੇ? ਸਤਿਗੁਰਾਂ ਨੂੰ। ਲਾਂਤੀ ਟੱਬਰ ਹੋਇਆ ਨਾ ਸਾਰਾ। ਫਿਰ ਜਿਹੜਾ ਇਹੋ ਜਿਹੇ ਗਧੇ ਦੀ ਗੱਲ ਮੰਨਦਾ, ਪਸ਼ੂ ਦੀ ਗੱਲ ਮੰਨਦਾ, ਇਹੋ ਜਿਹੇ ਗਧੇ ਨੂੰ, ਇਹੋ ਜਿਹੇ ਪਸ਼ੂ ਨੂੰ ਜਿਹਨੇ ਸਤਿਗੁਰਾਂ ਦੇ ਬਰਾਬਰ ਬਿਠਾਤਾ, ਕਿੱਡੇ ਕੁ ਸਿਆਣੇ ਲੋਕ ਹੋਣਗੇ। ਅੰਨੇ ਕਿ ਰਾਏ ਦੱਸੀਏ, ਅੰਧਾ ਹੋਏ ਸੋ ਜਾਏ। ਪ੍ਰਚਾਰ ਇਹਨਾਂ ਦਾ ਐਂ ਚੱਲਦਾ, ਫਲਾਣਾ ਬੰਦਾ ਸਿਰ ਉੱਤੇ ਟੋਪੀ ਲੈਂਦਾ ਜੀ। ਉਦੋਂ ਸਿੱਧੂ ਕ੍ਰਿਕਟ ਖੇਡਦਾ ਹੁੰਦਾ ਸੀ, ਸਿਰ 'ਤੇ ਟੋਪੀ ਲੈਂਦਾ, ਸਿਰ ਲੈ ਕੇ ਸਿੱਧੂ ਸਿੱਖ ਨਹੀਂ, ਚਲਾਵਾਂ ਬੰਦਾ। ਅਤੇ ਬੜਾ ਵਿਰੋਧ ਕਰਦੇ ਵੀ ਲਓ ਜੀ ਸਿੱਧੂ ਸਿਰ ਉੱਤੇ ਟੋਪੀ ਕਿਉਂ ਲੈਂਦਾ? ਵੀ ਸਾਡੇ ਤੇ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ। ਕੀ ਆਖੀ ਹੁਣ? ਗੁਰੂ ਗ੍ਰੰਥ ਸਾਹਿਬ ਵਿੱਚ ਰਹਿਤ ਮਰਿਆਦਾ ਨਹੀਂ ਲਿਖੀ ਹੋਈ? ਇਹ ਮੂਰਖਾਂ ਦਾ ਲਿਖਿਆ ਗ੍ਰੰਥ ਆ। ਸਾੜ ਦਿਓ ਸਾਰੀਆਂ ਕਿਤਾਬਾਂ ਜਿਹੜੀਆਂ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਹਨਾਂ ਮੂਰਖਾਂ ਦੀਆਂ ਲਿਖੀਆਂ ਹੋਈਆਂ। ਲਾਮਬੰਦ ਹੋ, ਇਹਦੇ ਵਿਰੋਧ ਵਿੱਚ ਬੋਲਣਾ ਸ਼ੁਰੂ ਕਰੋ। ਇਹਨਾਂ ਮੂਰਖਾਂ ਦੀ ਮੂਰਖਤਾ ਨੂੰ ਜਗ ਜ਼ਾਹਰ ਕਰੋ ਅਤੇ ਸਾਰੇ ਸੰਸਾਰ ਨੂੰ ਦੱਸੋ ਜਿੱਥੇ ਸਾਡੇ ਸਤਿਗੁਰੂ ਜੀ ਇੰਨੇ ਮਹਾਨ ਸਤਿਗੁਰੂ ਸਨ, ਇੰਨੇ ਮਹਾਨ ਉਹਨਾਂ ਦੇ ਗਿਆਨ, ਇੰਨੇ ਮਹਾਨ ਉਹਨਾਂ ਦੇ ਬੋਲ, ਅਤੇ ਉਹਨਾਂ ਦੇ ਬਰਾਬਰ ਇਹਨਾਂ ਨੇ ਆਪਦੇ ਬੰਦੇ ਖਿਲਾਰ ਕੇ ਜਿਹੜੇ ਜਾਣਦੇ ਹੀ ਨਹੀਂ ਰੂਹਾਨੀਅਤ ਨੂੰ, ਜਿਨ੍ਹਾਂ ਨੂੰ ਧਰਮ ਦੀ ਸਮਝ ਹੀ ਨਹੀਂ ਸੀ, ਉਹਨਾਂ ਦੇ ਲਿਖੇ ਹੋਏ ਬੋਲਾਂ ਨੂੰ ਇਹਨਾਂ ਨੇ ਸਤਿਗੁਰ ਦੇ ਬੋਲਾਂ ਦੇ ਉੱਤੋਂ ਦੀ ਸਥਾਨ ਦਿੱਤਾ ਹੋਇਆ। ਇਹਨਾਂ ਦੀ ਜੀਵਨ ਦੀ ਜਿੰਨੀ ਵੀ ਜਾਂਚ ਹੈ, ਇਹ ਇਹਨਾਂ ਦਾ ਜਿੰਨਾ ਵੀ ਜੀਵਨ ਹੈ, ਇਹ ਲੋਕ ਆਪਣੇ ਜੀਵਨ ਨੂੰ ਸਤਿਗੁਰਾਂ ਦੇ ਦਿੱਤੇ ਹੋਏ ਗਿਆਨ ਅਨੁਸਾਰ ਨਹੀਂ ਜਿਉ ਰਹੇ। ਆਪਦੇ 2-2 ਕੌਡੀ ਦੇ ਪਸ਼ੂਆਂ ਬੰਦਿਆਂ ਦੇ ਲਿਖੇ ਹੋਏ ਬੋਲਾਂ ਅਨੁਸਾਰ ਜਿਉ ਰਹੇ ਹਨ। ਜਿਹੜੇ ਸਤਿਗੁਰ ਦੇ ਬਰਾਬਰ ਆਪਣੇ ਬੋਲ ਰੱਖ ਗਏ ਹੈ। ਇਹ ਤੋਂ ਵੱਡਾ ਘੋਰ ਅਪਮਾਨ ਸਤਿਗੁਰਾਂ ਦਾ ਕੀ ਹੋ ਸਕਦਾ? ਜੇ ਆਖੀਏ ਸਤਿਗੁਰਾਂ ਦੀ ਬੇਅਦਬੀ ਕਰਤੀ ਜੀ ਫਲਾਣੇ, ਸਤਿਗੁਰਾਂ ਦੀ ਬੇਅਦਬੀ ਕਰਤੀ ਜੀ ਟਮਕਾਣੇ, ਬੇਅਦਬੀ ਤੇ ਇਹ ਲੋਕ ਕਰ ਗਏ ਜਿਨ੍ਹਾਂ ਦੀ ਭਾਸ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਸੀ, ਅਤੇ ਇੰਨੀ ਗੱਲ ਨੂੰ ਨਹੀਂ ਸਮਝ ਸਕੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕੁਛ ਹੋਰ ਹੈ ਅਤੇ ਅਸੀਂ ਆਪਣੇ ਜੀਵਨ ਵਿੱਚ ਅਪਣਾਇਆ ਕੁਛ ਹੋਰ ਹੈ। ਇਹ ਕਿਉਂ ਹੋ ਗਿਆ? ਜਿਨ੍ਹਾਂ ਰਿਪੇਅਰ ਨਹੀਂ ਕੀਤੀ, ਜਿਹੜੇ ਲੋਕ ਇਸ ਮਸਲੇ 'ਚ ਬੈਠੇ ਨਹੀਂ, ਜਿਹੜੇ ਅਗਾਂਹ ਵਧੂ ਨਹੀਂ ਬਣੇ, ਜਿਨ੍ਹਾਂ ਨੇ ਇਹ ਯਤਨ ਹੀ ਨਹੀਂ ਕੀਤਾ ਵੀ ਆਪਾਂ ਬੈਠੀਏ ਤਾਂ ਸਹੀ, ਕਾਲ ਤਖਤ ਕਾਹਦੇ ਵਾਸਤੇ ਸਾਜਿਆ। ਸਾਰੇ ਦੇ ਸਾਰੇ ਲੋਕ ਇਕੱਤਰ ਹੋਈਏ ਅਤੇ ਜਿਹੜੀ ਸਾਡੇ ਵੱਡੇ ਵਡੇਰੇ ਗਲਤੀ ਕਰ ਗਏ, ਉਸ ਗਲਤੀ ਨੂੰ ਅਸੀਂ ਸੁਧਾਰੀਏ।
नहीं यतन किया। क्यों? सतगुरू नूं प्यार ही नहीं करते। विखावे दे लोग हैं, विखावा करते। सानू कलगीधर पातशाह पग दे गए जी, कदों दे गए दस्यो? कोई भी सिख अकाल तख्त दा जथेदार साहब दस दे, हैड ग्रंथी दरबार साहब दा दस दे, पिंदरपाल सिंह दस दे, जां जिहड़ा पंजां प्यारिਆਂ 'च लगा सी इत्थे वजीदपुर, वो दस दे कदों पग दे गए सन कलगीधर पातशाह तुहानूं? केस कंघा कड़ा किरपान ते कछहरा कौम नूं दे के गए सन। नंगे रख लो कोई परवाह नहीं, इहदे ते पग सजा लो कोई परवाह नहीं। जदों साडे सतगुरु जी पग नूं सथान ही नहीं दे के गए ते इन्हां ने पग नूं ही सारा कुछ समझिया। यही कारण सी जित्थों मेरी जंग शुरू हुई, मेरे रिश्तेदार भी कहते तैनूं हुण पैणगीआं बहुत बुरखिਆਂ ਨੂੰ। पग सिर दी ला के जदों सुट्टी सी ते हुण जो भी सिर ते बन्निआ तुसीं जाणदे जे की है। फिर इहो ਜਿਹੇ काम जाण-बूझ के करने पैंदे। आह लिबास जाण-बूझ के पाउणा पैंदा। इस लिबास का मेरे नाल कोई संबंध नहीं, ना इस पग का मेरे नाल कोई संबंध है ते ना ही पग का मेरे नाल, ते ना ही वस्त्रां का मेरे नाल कोई संबंध है। ये एक सौल है ਜਿਹੜੀਆਂ बीबियां सिर उत्ते लैंदियां। ये एक चुन्नी है ਜਿਹੜੀਆਂ बीबियां सिर उत्ते लैंदियां। इसे तरह विरोध आते हैं। ये एक आम कपड़ा है जिहड़ा लोग गल च पाउंदे हैं। ये मैं फिल्म प्रोड्यूसर हाँ, तो जदों किते रोल करने होंदे आ उत्थे सानू कपड़िਆਂ ਦੀ लोड़ पैंदी, ते मैं आपदे हत्थ नाल सिउंता है इहनूं। ये वो कपड़ा है, खुला है, उत्थों दी पाया लोक विखावा करन वास्ते। जदों किसी चीज़ का विरोध करना होवे उहदे तरीके हुंदे आ। सीधा साधा ये मैं घरे सिउंता मैं किसी दर्जी कोले नहीं गया, आप ही मैं इहनूं ये सिलाइयां मारियां ते आप ही इहनूं मैं सिउया बिल्कुल ही सीधे तरीके नाल। किसी भी वस्त्र का, किसी भी कपड़े का, किसी भी लत्ते का धर्म नाल कोई संबंध नहीं। धर्म अध्यात्मक तौर पर अंदर खाते हुंदा बिल्कुल मैं नंगा भी होवां, कोई मेरे तेड़ कछहरा ना होवे, कोई मेरे कृपान ना पाई होवे, कोई मेरे सिर ते कंघा ना होवे, मैं सिख हाँ सतगुरु नानक पातशाह दा। ये गल मैनूं अज मेरे कलगीधर पातशाह ने समझाई। 15 सालां दी मेरी बंदगी है इस पासे दी। कलगीधर पातशाह बड़ा परेशानी च मैं, की तुसीं मुक्त नहीं होए? की तुसीं रह गए देवतिਆਂ ਦੀ दुनिया च? वो कहते पुत्रे निक्के बड़े लोग सीधे साधे बेचारे जट बूट आ, इन्हों धर्म की समझ नहीं सी जे सिज आएगी। इस करके कौम साजनी सी। धर्म का कोई वस्त्र नहीं होंदा, नंगे भी प्रवान। इस करके मैं किते भी लिखत करके नहीं कहा है भी तुसी केस कंघा कड़ा किरपान कछहरा तुसी रखना ही रखना। किते आर्डर नहीं करके गया। वैसे इन्हों पहनाए सी जंगलों में रहणगे, उत्थे इन्हों मुसीबत आउणगियां। फिर एक तो वक्री कौम होएगी, पता लगेगा मेरी साजी हुई कौम है। दूसरा उत्थे उसका सिर पैर वाह लिया करनगे, तिन्ना तन्ना रह लिया करनगे। 40-50 साल की इन्हां दी लड़ाई आ, एवें नहीं राज भाग मिल जाते, रूहानीयत एवें नहीं मिल जाती। 40-50 जन्मां की बंदगी लगती है। तो कोई दुखी तिकी अतवादी उठ के आखे भी मैं धर्म नूं नपार देंगा, धर्म आ सब राह जानदा सहज है, रस्ते ही इहो जिहे अपना दिंदा, किसी की पेश चलन ही नहीं दिंदा। चाहे जिन्ना मर्जी कोई रोई जाए, पिट्टी जाए, दवाइयां पाई जाए, सहज है, जो आपदे हिसाब नाल चलदा। सो जिथे धर्म की गल आउंदी कोई तेड़ कछहरा ना होवे, कोई कंघा ना होवे, कोई किरपान ना होवे।
ਆਤਮਾ ਹੈ, ਜਿਹਨੇ ਪ੍ਰਮਾਤਮਾ ਵਿੱਚ ਜਾ ਕੇ ਅਭੇਦ ਹੋਣਾ, ਤੇ ਆਤਮਾ ਨੂੰ ਕਿਹੜੀ ਕਿਰਪਾਨ ਪਵਾ ਦਿਓਗੇ, ਤੇ ਉਹਨੇ ਜਾ ਕੇ ਜਦੋਂ ਨਿਰੰਕਾਰ ਵਿੱਚ ਅਭੇਦ ਹੋਣਾ, ਨਿਰੰਕਾਰ ਤੱਕ ਕਿਹੜੀ ਕਿਰਪਾਨ ਪਹੁੰਚਾ ਦਿਓਗੇ, ਕਿਹੜਾ ਕਛਹਿਰਾ ਪਹੁੰਚਾ ਦਿਓਗੇ, ਕਿਹੜਾ ਕੰਘਾ ਪਹੁੰਚਾ ਦਿਓਗੇ। ਅਧਿਆਤਮਕ ਦੁਨੀਆ, ਧਰਮ ਦੀ ਦੁਨੀਆ, ਬੜੀ ਦੂਰ ਦੀ ਦੁਨੀਆ, ਸਤਿਗੁਰੂ ਨਾਨਕ ਪਾਤਸ਼ਾਹ ਦੀ ਦੁਨੀਆ। ਕੋਈ ਵਿਰਲਾ ਮਾਂਝਾ, ਕੋਈ ਇੱਕ ਅੱਧਾ ਜਿਹੜਾ ਇਸ ਸਫ਼ਰ 'ਤੇ ਚੱਲਦਾ ਤੇ ਇੱਧਰ ਨੂੰ ਚੱਲਦਾ, ਜਿਹਨੂੰ ਪਤਾ ਲੱਗ ਜਾਂਦਾ ਮੇਰੀ ਆਤਮਾ ਪਰਮਾਤਮਾ ਵਿੱਚ ਅਭੇਦ ਹੋਏਗੀ, ਤੇ ਜਦੋਂ ਹੋਏਗੀ ਸਭ ਕੁਝ ਹੀ ਸਮਾਪਤ ਹੋ ਜਾਏਗਾ, ਸਰੀਰ ਵੀ ਨਹੀਂ ਰਹੇਗਾ, ਇਹਦੇ ਵਿੱਚ ਜਿਹੜੀ ਆਤਮਾ ਇਹ ਵੀ ਨਹੀਂ ਰਹੇਗੀ, ਮਿਟ ਜਾਏਗੀ। ਕਿਹਨੂੰ ਕਛਹਿਰਾ ਪਵਾਓਗੇ ਤੇ ਕਿਹਨੂੰ ਕੰਘਾ ਪਵਾਓਗੇ। ਇਹ ਸਰੀਰਾਂ ਦੇ ਨਾਲ ਸੰਬੰਧ ਰੱਖਦੀਆਂ ਕੌਮਾਂ, ਕੌਮ ਸੱਜ ਕੇ ਗਏ ਸਨ। ਸੋ ਜਿੱਥੇ ਅਸੀਂ ਕੌਮੀ ਲੋਕ ਹਾਂ, ਉੱਥੇ ਸਾਡਾ ਧਾਰਮਿਕ ਹੋਣਾ ਅਤ ਜ਼ਰੂਰੀ ਹੈ। ਉੱਥੇ ਸਾਡਾ ਧਾਰਮਿਕ ਹੋਣਾ ਅਤ ਜ਼ਰੂਰੀ ਹੈ। ਤੇ ਜੇ ਅਸੀਂ ਧਾਰਮਿਕ ਨਹੀਂ, ਤੇ ਕੋਈ ਕੀਮਤ ਨਹੀਂ ਹੈ ਇਸ ਟੋਟੇ ਦੀ, ਕੋਈ ਮੁੱਲ ਨਹੀਂ ਕਿਰਪਾਨ ਦਾ, ਕੋਈ ਮੁੱਲ ਨਹੀਂ ਕੰਘੇ ਦਾ, ਕੋਈ ਮੁੱਲ ਨਹੀਂ ਕੇਸਾਂ ਦਾ। ਸਾਰਾ ਕੁਝ ਇਹਨੂੰ ਸਮਝਿਆ ਹੋਇਆ। ਧਰਮ ਦੀ ਨਿਸ਼ਾਨੀ ਇਹ ਬਣਾਈ ਹੋਈ ਆਪਦੇ ਮਨ ਨਾਲ ਹੀ। ਤੇ ਗ੍ਰੰਥ ਜਿਹੜਾ ਲਿਖਿਆ ਉਹ ਐਵੇਂ ਹੀ, ਉਹਦੇ 'ਚ ਜਿੰਨਾ ਗਿਆਨ ਲਿਖਿਆ ਉਹ ਹਵਾ 'ਚ ਉਡਾਰੀਆਂ ਮਾਰੀਆਂ ਹੋਈਆਂ। ਕੀ ਹੈ? ਨਾਨਕ ਅੰਧਾ ਹੋਏ ਕਿ ਰਤੇ ਰਤਨਾ ਪਰਖਣ ਜਾਏ, ਅੰਨਿਆਂ ਨੇ ਰਲ ਕੇ। ਤੇ ਇਹ ਜਿਹੜਾ ਰਤਨ ਹੈ ਗੁਰਬਾਣੀ, ਇਹਨੂੰ ਪਰਖਣ ਦੀ ਜ਼ਰੂਰਤ ਕੀਤੀ ਤੇ ਹਿੰਮਤ ਕੀਤੀ। ਤੇ ਰਤਨਾ ਸਾਰ ਨਾ ਜਾਣੇ ਆਏ ਆਪ ਲਿਖਾਏ। ਜੋ ਕੁਛ ਆਪਣੇ ਦਿਮਾਗ ਵਿੱਚ ਆਇਆ ਉਹ ਲਿਖ ਕੇ ਤੇ ਉਹਨੂੰ ਧਰਮ ਦਾ ਨਾਂ ਦੇਤਾ। ਗ੍ਰੰਥ ਵਿਚਾਰਾ ਵੇਂਦਾ ਰਹਿ ਗਿਆ ਕੀ ਹੋਇਆ। ਤੇ ਜੋ ਗ੍ਰੰਥ ਨੇ ਬੰਦਾ ਤਿਆਰ ਕੀਤਾ ਬੋਲਣ ਵਾਲਾ, ਤੇ ਅੱਤਵਾਦੀ ਕੁੱਟਣ ਆ ਗਏ। ਉਹਦਾ ਚੱਲ ਪੁੱਤਰ ਵੇਹਨੇ ਕਿੱਥੋਂ ਤੱਕ ਚੱਲਦੇ ਭਲਾ ਜੀ, ਕਿੰਨਾ ਕੁ ਸਫ਼ਰ ਕਰ ਸਕਦੇ ਆ। ਰੱਬ ਹੈ, ਖੁਦਾ ਹੈ, ਗੁਰੂ ਹੈ, ਕੋਈ ਸਮਰਥਾ ਹੈ, ਕੋਈ ਤਾਕਤ ਹੈ। ਹਸਤੀ ਹੈ ਕੋਈ, ਸ਼ਕਤੀ ਹੈ ਕੋਈ। ਵਿਚਾਰ ਵਟਾਂਦਰਾ, ਵਿਚਾਰ ਵਟਾਂਦਰਾ ਗ੍ਰੰਥ ਹੈ, ਕਿਸੇ ਦਾ ਲਿਖਿਆ ਹੋਇਆ ਉੱਚ ਕੋਟੀ ਦੇ ਧਾਰਮਿਕ ਲੋਕਾਂ ਦਾ, ਜਿਨ੍ਹਾਂ ਨੇ ਰੂਹਾਨੀਅਤ ਹੱਦਾਂ ਪਾਰ ਕੀਤੀਆਂ, ਜਿਹੜੇ ਉੱਥੇ ਤੱਕ ਪਹੁੰਚੇ ਜਿੱਥੇ ਨਿਰੰਕਾਰ ਦਾ ਦੇਸ਼ ਹੈ, ਜਿੱਥੇ ਸਾਰਾ ਕੁਛ ਹੀ ਬਗਾਨਾ ਰਹਿ ਜਾਂਦਾ। ਉੱਥੋਂ ਤੱਕ ਕਿਤਨਾ ਅਸੀਂ ਨਹੀਂ ਜਾਣਦੇ। ਮਾਰ ਲਊਗਾ ਕੰਡਿਆਂ ਦਾ ਮਾਰਗ, ਫੁੱਲਾਂ ਦੀ ਸੇਜ, ਆਨੰਦ ਤੱਕ ਪਹੁੰਚਣ ਵਾਸਤੇ ਇਹ ਜਿਹਨੂੰ ਅਸੀਂ ਘੁੱਟ ਕੇ ਗੰਢਾਂ ਬੰਨੀਆਂ ਹੋਈਆਂ, ਮੈਂ ਮੇਰੀ ਦੀਆਂ, ਇਹਨਾਂ ਨੂੰ ਢਿੱਲਿਆਂ ਕਰਨਾ ਪਵੇਗਾ, ਇਹਨਾਂ ਨੂੰ ਛੱਡਣਾ ਪਵੇਗਾ, ਰਿਸ਼ਤੇ ਨਾਤੇ ਪਿੱਛੇ ਛੱਡਣੇ ਪੈਣਗੇ। ਜਿਸ ਨੂੰ ਵੀ ਆਪਣੇ ਕਹਿੰਦੇ ਆ ਉਹਨਾਂ ਨੂੰ ਤਲਾਂਜਲੀ ਦੇਣੀ ਪਵੇਗੀ। ਮੇਰਾ ਇਹਨਾਂ ਵਿੱਚੋਂ ਕੁਛ ਵੀ ਨਹੀਂ ਹੈ, ਮੈਂ ਨਿਰੰਕਾਰ ਵਿੱਚੋਂ ਆਇਆ ਸਾਂ ਤੇ ਨਿਰੰਕਾਰ ਵਿੱਚ ਜਾ ਕੇ ਅਭੇਦ ਹੋ ਜਾਵਾਂਗਾ। ਆਤਮਾ ਦਾ ਕੋਈ ਰੂਪ ਨਹੀਂ ਹੁੰਦਾ, ਕੋਈ ਰੰਗ ਨਹੀਂ ਹੁੰਦਾ, ਕੋਈ ਆਕਾਰ ਨਹੀਂ ਹੁੰਦਾ ਜਦੋਂ ਪਰਮਾਤਮਾ ਵਿੱਚ ਜਾ ਕੇ ਅਭੇਦ ਹੁੰਦੀ ਹੈ। ਜਿੰਦਾ ਮੁਕਤ, ਕਿਸੇ ਵਸਤਰ ਦਾ, ਕਿਸੇ ਸ਼ਸਤਰ ਦਾ ਕੋਈ ਉੱਥੇ ਜਾ ਕੇ ਰੁਕਾਵਟ ਨਹੀਂ ਰਹਿ ਜਾਂਦੀ। ਪਰਮਾਤਮਾ ਹੈ ਨਿਰਾਕਾਰ, ਉਸ ਨਿਰਾਕਾਰ ਵਿੱਚ ਜਾ ਕੇ ਸਮਾ ਜਾਣਾ ਹੀ ਧਰਮ ਹੈ। ਇਹੀ ਸਤਿਗੁਰੂ ਨਾਨਕ ਪਾਤਸ਼ਾਹ ਸਮਝਾਉਣ ਆਏ ਸਨ। ਨਹੀਂ ਸਮਝ ਸਕਿਆ ਸੀ, ਆਪਦੇ ਬੰਦਿਆਂ ਨੂੰ ਸਾਹਮਣੇ ਰੱਖ ਕੇ ਸਤਿਗੁਰਾਂ ਦੇ ਗਿਆਨ ਨੂੰ ਅਸੀਂ ਠੋਕਰਾਂ ਮਾਰੀਆਂ, ਤਲਾਂਜਲੀ ਦਿੱਤੀ।
सच बोलन उत्ते अतवादी हमले हो रहे हैं। कैसे गुठ विच लुकिया होया मैं। एडी कौम है, इन्ना डरेगा औरंगजेब तो कट रहे लोग। घर दे भी डराउंदे मार देणगे तैनूं, असीं किधर जावांगे। धर्म है एक ही सटोर है जिथे मैं बह के तुहाडे नाल विचार कर रहा। घरदियां दा तरौ निकलिया रहिंदा डर नाल। जदों भी मैं कोई विचार करन लगदा हुण इन्हां नूं बड़ा समझा के बुझा के मनाया। मैं कोई फिल्म की दुनिया च काम करन जा रहा तो ये बंदे फिर कत्तर होणगे, मेरे बरखिलाफ बोलणगे, कहणगे ये बंदा पुठे राह ते चल पिया, तुर पिया। आपदे पक्ष विच सच बयान करना मेरा फर्ज बन गया, ड्यूटी बन गई है। जो लोगों के दिमाग विच वड़िया होया उन्होंने बाहर कढ़ना। धर्म शरीर के लैवल का नहीं, शरीर के तल का नहीं, ये उच्चे उठ के है। अध्यात्म दुनिया की कोई खेड है। मीडिया का युग, मीडिया अज सब तो उपर है। सो इस मीडिया के आसरे ते धर्म का प्रचार करना, जो कुछ साडे सतगुरु समझा गए, मीडिया च आपदी थां बनाउणी, आपदी जगह बनाउणी, प्रोड्यूसरां विच, डायरैक्टरां विच, एक्टरां विच, एडिटरां विच, तां जो बाहर थां थां ते धक्के ना खाने पैण। इन्हां लोकां दे नाल बैठना ते गल करनी ये तां मुनासिब ही नहीं, क्योंकि भगवती नूं मनण वाले लोग हन, ये तां शक्तियां दे पुजारी हन। भगती का इन्हां नूं पता नहीं। कि जदों भी इन्हां च बवांगे उच्चे बोलणगे, तलवारां खिੱਚਣਗੇ, गालां कढ़णगे, धीआं दीआं भैणां दीआं नंगीआं। इत्थे नहीं कोई भी आएगा सामने। आपदी एकता का सबूत देणगे, सतगुर दे बराबर भी खलोणगे कत्तर हो के। अज दे खलोते किते, जिस दीप सिंह दे हक च खलोते, जिस मनी सिंह दे हक च खलोते, जिस दीप सिंह ते मनी सिंह का इन्हां नूं इन्ना दुख लगा, इन्हां नूं सतगुरां दा कोई दुख नहीं। जिन्हां बंदियां ने सतगुर दे ज्ञान की बाजी लवाई, पलटी लवाई ते आपदा ज्ञान सब दे सामने रखिया, उन्हां लोकां नूं पूजदे। ये उन्हां लोकां नूं इन्हां ने सिर ते बिठाया होया। सतगुरां दे ज्ञान की इन्हां बाजी लवाई हुई, उन्हां लोकां दे ज्ञान नूं मनदे। इंज नहीं भी इन्हां नूं इस ज्ञान का पता नहीं, पता है। इन्हां दी भाषा च लिखिया, पढ़ते बहुत है, यकीन बहुत करते पढ़न ते, विच जो लिखिया उहदे ते चलण का यतन नहीं करते। बिल्कुल ही सौखा रस्ता, कुछ भी नहीं करना, ज़्यादा नहीं, को 5-10 मूल मंत्र के जाप भी रोज़ कर लो। तुरिया फिरदियां उठदियां फिरदियां मूल मंत्र का जाप कर लो। जदों दिल कीता अमृत छकण नूं अमृत छक लो, फिर वाहिगुरू वाहिगुरू बोलना। कुछ भी नहीं, 5 ककार पहन के रखने हैं। जदों तुहाडी अवस्था उत्थे पहुँच जाएगी, 5 ककारां की भी लोड़ नहीं। जिथे जाके तुहानूं पता है ये आत्मा दे विच समा जाएगी, ये आत्मा परमात्मा च समा जाएगी। परमात्मा दे विच कोई चीज़ नहीं जाती, निराकार है, सब कुछ इत्थे रह जाएगा। यही ज्ञान सतगुरु नानक लैके आए सन। दया कपा संतोख सूत जत गंढी सत वट,
ਇਹ ਜਨੇਊ ਜੀਗਾ ਹੈ ਹੀ ਤਪਾਂ ਦੇ ਕੱਤ ਜੇ ਪਣਤਾ ਇਹੋ ਜਿਹਾ ਜਨੇਊ ਤੇਰੇ ਕੋਲ ਕੋਈ ਹੈਗਾ ਜਿੱਥੇ ਮੈਂ ਜਾਵਾਂ ਮੇਰੇ ਨਾਲ ਜਾਵੇ ਪਵਾ ਦੇ। ਤਲਵਾਰ ਹੈ, ਕਿਰਪਾਨ ਹੈ। ਸਤਿਗੁਰ ਨੂੰ ਪਤਾ ਸੀ ਇਹੋ ਜਿਹੇ ਸਮੇਂ ਆਉਣਗੇ ਜਿੱਥੇ ਇਹਨਾਂ ਨੂੰ ਰਾਜ ਭਾਗ ਮਿਲਣਾ ਅਤੇ ਇਹਨਾਂ ਦੇ ਮੁਕਾਬਲੇ ਹੋਣੇ ਮੁਗਲਾਂ ਨਾਲ, ਘਰ-ਬਾਰ ਛੱਡਣੇ ਪੈਣਗੇ, ਜੰਗਲਾਂ 'ਚ ਰਹਿਣਾ ਪਵੇਗਾ। ਕੌਮ ਸਾਜਤੀ ਤਾਂ ਕਿ ਇਕੱਤਰਤਾ ਰਵੇ, ਇਕੱਤਰ ਰਹਿਣ। ਫਿਰ ਇਹ ਸਵਾਲ ਕਰਨਗੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਕਿਉਂ ਛਕਿਆ? ਜੋ ਨਾ ਸਕਦੇ ਤਾਂ ਵਿਸ਼ਵਾਸ ਹੀ ਨਹੀਂ ਸੀ ਕਰਨਾ, ਆਪ ਤੇ ਛਕਿਆ ਨਹੀਂ, ਸਾਨੂੰ ਸਿਖਾ ਗਿਆ। ਦੱਸੋ ਭਲਾ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਸੀ? ਨਿੱਕੇ ਤੋਂ ਨਿੱਕਾ ਬੰਦਾ ਵੀ ਇਸ ਗੱਲ ਨੂੰ ਜਾਣਦਾ, ਜਿਹੜਾ ਥੋੜ੍ਹੀ ਵੀ ਸਮਝ ਰੱਖਦਾ ਧਰਮ ਦੀ ਦੁਨੀਆ ਦੀ, ਵੀ ਸਤਿਗੁਰਾਂ ਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਸੀ ਭਲਾ ਪੰਜਾਂ ਪਿਆਰਿਆਂ ਨੂੰ? ਉਹਨਾਂ ਕੋਲ ਅੰਮ੍ਰਿਤ ਨਹੀਂ ਸੀ, ਉਹਨਾਂ ਨੇ ਤੇ ਤਿਆਰ ਕੀਤਾ, ਉਹਨਾਂ ਨੇ ਤੇ ਤਾਕਤ ਦਿੱਤੀ, ਉਹਨਾਂ ਕੋਲ ਹੈ ਨਹੀਂ ਸੀ ਕੁਛ ਵੀ ਤੁਹਾਡੇ ਕੋਲੋਂ ਉਹਨਾਂ ਪੰਜਾਂ ਪਿਆਰਿਆਂ ਕੋਲੋਂ ਲੈਣੀਆਂ ਸਨ। ਕਿਉਂ? ਵਿਸ਼ਵਾਸ ਬਣਾਉਣ ਦੀ ਖਾਤਰ। ਇਹ ਬੇਵਿਸ਼ਵਾਸੀ, ਇਹਨਾਂ ਵਿਸ਼ਵਾਸ ਹੀ ਨਹੀਂ ਕਰਨਾ। ਇਹਨਾਂ ਪਤਾ ਨਹੀਂ ਸਾਨੂੰ ਕੀ ਪਿਆ ਗਿਆ, ਆਪ ਤਾਂ ਇਹਨਾਂ ਨੇ ਛਕਿਆ ਨਹੀਂ, ਸਾਡੇ ਤੋਂ ਤੇ ਵੱਖਰੇ ਰਹੇ। ਇਹਨਾਂ ਲਓ ਫਿਰ ਸਾਨੂੰ ਮੈਨੂੰ ਵੀ ਪਿਆ ਦਿਓ, ਤਾਂ ਜੋ ਇਹਨਾਂ ਦਾ ਵਿਸ਼ਵਾਸ ਬਣ ਜਾਵੇ, ਤਾਂ ਜੋ ਇਹਨਾਂ ਦਾ ਯਕੀਨ ਬਣ ਜਾਵੇ। ਸੋ ਧਰਮ ਕੀ ਹੈ? ਪਹਿਲਾਂ ਉਸ ਨੂੰ ਆਪਣੇ ਗੁਰੂ ਤੋਂ ਸਮਝਣਾ। ਮੇਰੇ ਗੁਰੂ ਨੇ ਮੈਨੂੰ ਹਦਾਇਤਾਂ ਕੀ ਜਾਰੀ ਕੀਤੀਆਂ, ਲਿਖ ਕੇ ਕੀ ਕਹੇ ਗੁਰੂ ਸਤਿਗੁਰੂ। ਜਿੰਨਾ ਚਿਰ ਸਾਨੂੰ ਆਪਦੇ ਸਤਿਗੁਰਾਂ ਦੇ ਦਿੱਤੇ ਹੋਏ ਗਿਆਨ ਦੀ ਸਮਝ ਨਹੀਂ, ਅਸੀਂ ਬੇਸਮਝ ਹਾਂ ਧਰਮ ਦੀ ਦੁਨੀਆ ਤੋਂ, ਧਰਮ ਦੀ ਦੁਨੀਆ ਤੋਂ ਅਣਜਾਣ। ਸੋ ਜੋ ਕੁਝ ਸਤਿਗੁਰਾਂ ਨੇ ਲਿਖਿਆ ਉਹਦੇ ਮੁਤਾਬਕ ਜਿੰਨਾ ਚਿਰ ਅਸੀਂ ਆਪਣਾ ਜੀਵਨ ਨਿਰਵਾਹ ਨਹੀਂ ਕਰਦੇ ਧਾਰਮਿਕ, ਉਹਨਾਂ ਚਿਰ ਸਾਨੂੰ ਸਤਿਗੁਰ ਦੇ ਸੱਚੇ ਸਿੱਖ ਅਖਵਾਉਣ ਦਾ ਕੋਈ ਅਧਿਕਾਰ ਨਹੀਂ। ਮੈਂ ਦੀਪ ਸਿੰਘ ਤੇ ਮਣੀ ਸਿੰਘ ਦੋ ਇਨਸਾਨਾਂ ਦੇ ਬਰਖਲਾਫ ਮੋਰਚਾ ਲਾਇਆ, ਖੜਾ ਆ, ਤਾਂ ਉਮਰ ਖੜਾ ਰਹਾਂਗਾ। ਕਿਸੇ ਵੀ ਕੋਰਟ 'ਚ ਚੱਲ ਜਾਓ, ਕਿਸੇ ਵੀ ਕਚਹਿਰੀ 'ਚ ਚੱਲ ਜਾਓ, ਕਿਸੇ ਵੀ ਅਦਾਲਤ 'ਚ ਚੱਲ ਜਾਓ, ਕਿਸੇ ਵੀ ਥਾਣੇ ਚੱਲ ਜਾਓ, ਤੁਸੀਂ ਗੁਰੂ ਦੇ ਗਿਆਨ ਦੀ ਬਾਜੀ ਨਹੀਂ ਲਵਾ ਸਕਦੇ, ਅਖੀਰ ਹਾਰ ਜਾਓਗੇ, ਸਾਰੇ ਸੰਸਾਰ 'ਚ ਬਦਨਾਮ ਹੋ ਜਾਓਗੇ। ਇਹ ਕਹਿੰਦੇ ਸਾਡਾ ਧਾਰਮਿਕ ਗ੍ਰੰਥ ਸੰਸਾਰ 'ਚ ਸਾਰਿਆਂ ਤੋਂ ਉੱਚਾ ਅਤੇ ਵੱਖਰਾ, ਪਰ ਇਹ ਮੰਨਦੇ ਨਹੀਂ, ਇਹਦੀ ਮੰਨਦੇ ਆਪਦੇ ਬੰਦਿਆਂ ਦੀ। ਇਹ ਗੁਰੂ ਹੀ ਉਹਨਾਂ ਨੂੰ ਬਣਾਈ ਫਿਰਦੇ। ਕਿਉਂ? ਅਧਿਆਤਮਿਕ ਤੌਰ 'ਤੇ ਅੰਨੇ ਹਨ, ਅਤੇ ਅੰਨ੍ਹੇ ਬੰਦਿਆਂ ਦੇ ਦੱਸੇ ਹੋਏ ਰਸਤੇ 'ਤੇ ਚੱਲ ਰਿਹਾ ਹੈ, ਜਿਨ੍ਹਾਂ ਨੂੰ ਉਸ ਅਧਿਆਤਮਿਕ ਦਾ ਪਤਾ ਹੀ ਨਹੀਂ ਸੀ ਜਿੱਥੇ ਜਾ ਕੇ ਇਹ ਸਫ਼ਰ ਸ਼ੁਰੂ ਹੁੰਦਾ। ਉਹਨਾਂ ਨੂੰ ਆਪਣੇ ਗਿਣ ਲਿਆ ਅਤੇ ਗੁਰੂਆਂ ਨੂੰ ਬਗਾਨੇ ਗਿਣ ਲਿਆ। ਸੋ ਸਤਿਗੁਰੂ ਜੀ ਕਹਿੰਦੇ ਰਤਨਾ ਸਾਰ ਨਾ ਜਾਣੀ, ਆਵੇ ਆਪ ਲਿਖਾਏ। ਜੋ ਕੁਛ ਆਪਣੇ ਕੋਲ ਹੁੰਦਾ ਨਾ, ਬਸ ਲੋਕਾਂ ਨੂੰ ਸਿਖਾਉਣਾ ਸ਼ੁਰੂ ਕਰਤਾ। ਇਹੋ ਕੋਈ ਮੌਲਵੀਆਂ ਨੇ ਕੀਤਾ, ਇਹੋ ਕੁਛ ਹੀ ਕਾਜ਼ੀਆਂ ਨੇ ਕੀਤਾ, ਇਹੋ ਕੁਛ ਹੀ ਪੰਡਤਾਂ ਨੇ ਕੀਤਾ, ਅਤੇ ਸਤਿਗੁਰ ਨੇ ਆ ਕੇ ਵਿਰੋਧ ਕੀਤਾ। ਸ਼ਾਸਤਰ ਵੇਦ ਨਾ ਮੰਨੇ ਕੋਈ, ਆਪੋ ਆਪੀ ਪੂਜਾ ਹੈ, ਆਪਦੇ ਆਪਦੇ ਹਿਸਾਬ ਨਾਲ ਪੂਜਾ ਹੋ ਰਹੀ। ਮੰਦਰਾਂ ਦੇ ਵਿੱਚ ਟੱਲੀਆਂ ਖੜਕਾਈਆਂ ਜਾ ਰਹੀਆਂ ਅਤੇ ਸ਼ਿਵਲਿੰਗ ਦੀ ਪੂਜਾ ਹੋ ਰਹੀ। ਭੰਗ ਦੇ ਭੋਗ ਲਵਾਏ ਜਾ ਰਹੇ ਅਤੇ ਦੁੱਧ ਦੇ ਭੋਗ ਲਵਾਏ ਰਹੇ ਸ਼ਿਵਲਿੰਗ ਨੂੰ। ਕਿਤੇ ਵੀ ਨਹੀਂ ਲਿਖਿਆ, ਵੇਦਾਂ 'ਚ ਵੀ ਨਹੀਂ, ਸ਼ਾਸਤਰਾਂ 'ਚ ਵੀ ਨਹੀਂ ਲਿਖਿਆ, ਹੋ ਰਹੀ। ਇਹੋ ਕੁਛ ਇੱਥੇ ਹੋ ਰਿਹਾ। ਉਹ ਹੇਠਲੇ ਲੈਵਲ ਦੇ ਗ੍ਰੰਥ ਹਨ, ਇਹ ਅਧਿਆਤਮਿਕ ਗ੍ਰੰਥ ਹੈ, ਇੱਥੇ ਤਾਂ ਵਿਰੋਧ ਹੋਏਗਾ। ਕੌਣ ਬੰਦਾ ਸਾਹਮਣੇ? ਕੋਈ ਪਰਵਾਹ ਨਹੀਂ। ਕਿੰਨੀ ਪਾਵਰ ਰੱਖਦਾ ਸੀ? ਕੋਈ ਪਰਵਾਹ ਨਹੀਂ। ਸਤਿਗੁਰਾਂ ਦੇ ਬਰਾਬਰ ਖਲੋ ਸਕਦੇ? ਕੋਈ ਪਰਵਾਹ ਨਹੀਂ। ਖਲੋ ਜਾਣਗੇ ਅਤੇ ਸਤਿਗੁਰ ਜਾਣਦੇ ਆ, ਸੰਭਾਲ ਲੈਣਗੇ। ਮਜ਼ਾ ਫੇਰ ਹੈ ਜੇ ਵਿਚਾਰ ਨਾਲ ਗੱਲ ਕੀਤੀ ਜਾਵੇ, ਪਰ ਇਹ ਤਲਵਾਰ ਨਾਲ ਗੱਲ ਕਰਦੇ ਆ। ਇਹਨਾਂ ਨੂੰ ਕਿਸੇ ਨੇ ਵੀ ਨਹੀਂ ਸਿਖਾਇਆ ਧਾਰਮਿਕ ਗਿਆਨ ਚਰਚਾ ਕੀ ਹੁੰਦੀ ਅਤੇ ਕਿਸ ਤਰ੍ਹਾਂ ਹੁੰਦੀ ਹੈ। ਵਿੱਦਿਆ ਦਿੱਤੀ ਨਹੀਂ ਕਿਸੇ ਨੇ, ਇਸ ਪਾਸੇ ਨੂੰ ਚੱਲੇ ਹੀ ਨਹੀਂ।
ਧਾਰਮਿਕ ਚਰਚਾ ਦੂਸਰੇ ਧਰਮ ਦੇ ਬੰਦਿਆਂ ਨਾਲ ਕਰਦੇ ਹੀ ਨਹੀਂ, ਕਿਸੇ ਵੀ ਹੋਰ ਕੌਮ ਦੇ ਬੰਦੇ ਨਾਲ ਇਹਨਾਂ ਦੀ ਬਣਦੀ ਹੋਈ ਨਹੀਂ। ਸਾਰਿਆਂ ਨਾਲ ਵਿਰੋਧ ਇਹਨਾਂ ਦਾ। ਕੱਟੜਪੰਥੀ ਹਨ ਅਤੇ ਕੱਟੜਪੰਥੀ ਮੁਸਲਮਾਨਾਂ ਨਾਲ ਇਹਨਾਂ ਦੀ ਮਿੱਤਰਤਾ ਬਣ ਗਈ। ਉਸ ਧਰਮ ਦਾ ਸਾਡੇ ਧਰਮ ਨਾਲ ਕੋਈ ਲੱਲਾ ਪੱਬਾ ਹੀ ਨਹੀਂ ਰਲਦਾ। ਉਹ ਧਰਮ ਤਾਂ ਇਹ ਗੱਲ ਮੰਨਦਾ ਵੀ ਜਿਹੜੀ ਆਤਮਾ ਉਹ ਸਵਰਗ ਵਿੱਚ ਜਾਵੇਗੀ, ਬਹਿਤ ਵਿੱਚ ਜਾਵੇਗੀ, ਉਦੋਂ ਪਰ ਜਾ ਹੀ ਨਹੀਂ ਸਕਦੀ, ਉਦੋਂ ਪਰ ਹੈ ਹੀ ਕੁਛ ਨਹੀਂ। ਪਰਮਾਤਮਾ ਹੈ, ਪਰਮਾਤਮਾ ਵੱਖਰੀ ਚੀਜ਼ ਹੈ, ਅਸੀਂ ਵੱਖਰੀ ਚੀਜ਼ ਹਾਂ। ਉਹਨਾਂ ਦੇ ਧਰਮ ਦਾ ਇਹ ਗਿਆਨ ਹੈ। ਸਾਡੇ ਧਰਮਾਂ ਦਾ ਗਿਆਨ ਇਹ ਹੈ, ਅਸੀਂ ਪਰਮਾਤਮਾ ਵਿੱਚੋਂ ਹੀ ਆਏ ਹਾਂ। ਉਹਦੇ ਵਿੱਚ ਜਾ ਕੇ ਜਿੰਨਾ ਚਿਰ ਭੇਦ ਨਹੀਂ ਹੋ ਜਾਂਦੇ ਉਹਨਾਂ ਚਿਰ ਸਾਨੂੰ ਛੁੱਟੀ ਮਿਲਣ ਵਾਲੀ ਨਹੀਂ, ਚਾਹੇ ਜਿੰਨਾ ਮਰਜ਼ੀ ਸਫ਼ਰ ਕਰ ਲਈਏ। ਫਿਰ ਸਤਿਗੁਰੂ ਜੀ ਕਹਿ ਕੇ ਗਏ ਸਾਨੂੰ, ਫਸ ਨਾ ਜਾਇਓ। ਫਸਣ ਕੀ ਵਿਧ ਹੈ ਸਾਰੇ ਜਾਣਦੇ ਆ, ਛੁੱਟਣ ਕੀ ਵਿਧ ਨਹੀਂ ਜੇ ਕੋਈ ਜਾਣਦਾ। ਮੈਂ ਤੁਹਾਨੂੰ ਛੁੱਟਣ ਦੀ ਵਿਧ ਸਿਖਾਉਣਾ ਆ। ਜਿਨੀ ਨਾਮ ਧਿਆਇਆ ਗਿਆ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕੀਤੀ ਛੁੱਟੀ ਮਿਲ ਜਾਏਗੀ, ਮਿਹਨਤਾਂ ਕਰੋ। ਪੋਥੀਆਂ ਪੜ੍ਹਨ ਵਾਲੀਆਂ ਨਹੀਂ, ਗੁੜ ਕੇ ਪੜ੍ਹਨ ਵਾਲੀਆਂ ਨਹੀਂ। ਇਹ ਮੂਰਖਾਂ ਤੋਂ ਦਿੱਤਾ ਹੋਇਆ ਗਿਆਨ ਹੈ। ਸਤਿਗੁਰਾਂ ਤੋਂ ਸਿਆਣੇ ਨਹੀਂ ਸਨ ਉਹ ਮੂਰਖ, ਜਿਨ੍ਹਾਂ ਨੇ ਸਤਿਗੁਰ ਦੇ ਗਿਆਨ ਦੀ ਪਲਟੀ ਲਵਾ ਦਿੱਤੀ। ਫਿਰ ਰਤਨਾ ਕੇਰੀ ਗੁਥਲੀ ਰਤਨੀ ਖੋਲ੍ਹੇ ਆਏ। ਗੁਥਲੀ ਰਤਨਾਂ ਦੀ ਗੁਰੂ ਗ੍ਰੰਥ ਸਾਹਿਬ, ਜਿਹਦੇ ਵਿੱਚ ਗਿਆਨ ਹੈ, ਗਿਆਨ ਦਾ ਮਹਾਂਸਾਗਰ। ਜਦੋਂ ਖੋਲ੍ਹੀ ਵੱਖਰ ਤੇ ਵਣਜਾਰਿਆ ਦੋਹਾਂ ਰਹੀ ਸਮਾਏ। ਜਿਹੜੀ ਵੱਖਰੀ ਵਸਤੂ ਹੈ, ਵੱਖਰ ਵਸਤੂ ਗਿਆਨ, ਸਾਰਿਆਂ ਨੂੰ ਪਹਿਲਾਂ ਸ਼ਬਦ ਜੋ ਕੁਛ ਲਿਖਿਆ ਹੋਇਆ, ਜੋ ਉਹਨੇ ਗਿਆਨ ਦਿੱਤਾ, ਉਹਦੇ ਮੁਤਾਬਕ ਜਦੋਂ ਸਾਨੂੰ ਪਤਾ ਲੱਗਾ ਨਾਮਦਾਨ ਕਿੰਨੀ ਕੁ ਵੱਡੀ ਖੇਡ ਹੈ, ਫਿਰ ਨਾਮ ਅੰਦਰ ਦੀ ਮੰਗ। ਪੰਜ ਪਿਆਰੇ, ਉਹਨਾਂ ਦੀ ਡਿਊਟੀ ਹੈ ਨਾਮਦਾਨ ਦੇਣ ਦੀ। ਬਸ ਭਾਵੇਂ ਇੱਕ ਸਿੱਖ ਹੀ ਹੋਵੇ, ਪੰਜ ਜਾਣੇ ਲੱਗ ਕੇ ਬਾਟਾ ਤਿਆਰ ਕਰਨ ਤੇ ਭਾਵੇਂ ਅੰਮ੍ਰਿਤ ਬਲਾਖੀ ਇੱਕ ਹੀ ਹੋਵੇ। ਕੋਈ ਵਿੱਦਿਆ ਨਹੀਂ ਆਪਦੇ ਕੋਲ ਦੇ ਸਕਦੇ, ਅਧਿਕਾਰ ਹੀ ਨਹੀਂ ਉਹਨਾਂ ਦਾ, ਉਹਨਾਂ ਦੇ ਅਧਿਕਾਰ 'ਚੋਂ ਹੀ ਬਾਹਰ ਹੈ। ਤੇ ਗੁਰੂ ਬਣੇ ਬੈਠੇ ਘੰਟਾ ਆਪਦੇ ਮਨ ਦੀਆਂ ਮੱਤਾਂ ਘੋਟ ਕੇ ਸਿੱਖਾਂ ਦੇ ਦਿਮਾਗ 'ਚ ਵਾੜ ਰਹੇ। ਸਿੱਖ ਹੀ ਆਪਦੇ ਬਣਾ ਲੈਣਾ, ਇਹੋ ਜਿਹੀ ਕੌਮ ਹੈ। ਇਹਨਾਂ ਸਿੱਖ ਹੀ ਆਪਦੇ ਬਣਾ ਲਏ। ਇਹ ਭਲੇ ਮਾਨਸ ਚੱਲਦੇ ਮਗਰ, ਇਹਨਾਂ ਨੂੰ ਪਤਾ ਗੁਰੂ ਦਾ ਗਿਆਨ ਹੀ ਨਹੀਂ ਹੈ, ਫਿਰ ਵੀ ਚੱਲਦੇ। ਕਿਉਂ? ਸਾਨੂੰ ਤੇ ਪੰਜਾਂ ਪਿਆਰਾਂ ਦਾ ਹੁਕਮ ਹੈ ਜੀ, ਤੇ ਪੰਜ ਪਿਆਰੇ ਐਂ ਸਮਝਦੇ ਅਸੀਂ ਗੁਰੂ ਨੇ। ਤੇ ਇਹ ਕੌਣ ਹੈ? ਗ੍ਰੰਥ। ਉਹ ਪਤਾ ਨਹੀਂ ਕੌਣ ਹੈ। ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮੂਰਖ ਬੰਦੇ ਦਾ ਕਿਸੇ ਦਾ ਲਿਖਿਆ, ਪਸ਼ੂ ਦਾ। ਇਹ ਦੋਹਰੇ ਪੜ੍ਹਦੇ ਮਹਾਰਾਜ ਅੱਗੇ ਖਲੋ ਕੇ। ਜਦੋਂ ਉਸ ਦੋਹਰੇ ਦਾ ਗੁਰਮਤ ਨਾਲ ਲੱਲਾ ਭਬਾ ਹੀ ਨਹੀਂ ਰਲਦਾ, ਉਹ ਤੇ ਗੁਰਮਤ ਦੇ ਬਿਲਕੁਲ ਉਲਟ ਹੈ। ਸਤਿਗੁਰੂ ਨਹੀਂ ਲਿਖ ਸਕਦੇ। ਸਤਿਗੁਰੂ ਦੇ ਗਿਆਨ ਤੋਂ ਤੁਹਾਨੂੰ ਇੰਨੀ ਅਲਰਜੀ ਕਿਉਂ? ਗੁਰੂ ਦੇ ਸਿੱਖੋ, ਆਪਦੇ ਬੰਦਿਆਂ ਦਾ ਗਿਆਨ ਤੁਸੀਂ ਇੰਨਾ ਸਿਰ 'ਤੇ ਕਿਉਂ ਬਿਠਾਇਆ ਹੋਇਆ? ਮੈਨੂੰ ਕੋਈ ਸਮਝ ਨਹੀਂ ਅੱਜ ਤੱਕ ਕੀ ਹੋ ਰਿਹਾ। ਜਦੋਂ ਗਿਆਨ ਦੀ ਗੁਥਲੀ ਖੋਲ੍ਹੀ ਗੁਰੂ ਗ੍ਰੰਥ ਸਾਹਿਬ ਵਿੱਚ, ਜੋ ਕੁਛ ਲਿਖਿਆ ਜਦੋਂ ਸਾਡੀ ਸਮਝ ਵਿੱਚ ਆਇਆ, ਜਦੋਂ ਸਾਡੀ ਸਮਝ ਨੇ ਉਸ ਨੂੰ ਪਰਖਿਆ, ਵੇਖਿਆ, ਜਾਣਿਆ, ਤੇ ਸਿੱਖ ਵਣਜਾਰਾ ਹੋਣਾ ਚਾਹੀਦਾ। ਇਹਨੇ ਵਪਾਰ ਕੀਤਾ ਵੱਖਰੀ ਵਸਤੂ ਦਾ। ਤੇ ਵੱਖਰੀ ਵਸਤੂ ਕੀ ਹੈ? ਨਾਮ, ਦਾਨ, ਸ਼ਬਦ। ਮਿਲਦਾ ਕਿੱਥੋਂ? ਪੰਜ ਪਿਆਰਿਆਂ ਤੋਂ। ਪੰਜ ਪਿਆਰੇ ਕੀ ਦੇ ਰਹੇ? ਪੰਜ ਬਾਣੀਆਂ ਦਾ ਨੇਮ ਆਪਦੇ ਕੋਲੋਂ ਹੀ, ਰਹਿ ਰਾਸ ਆਪਦੇ ਕੋਲੋਂ ਹੀ, ਕੀਰਤਨ ਸੋਹਲੇ ਆਪਦੇ ਕੋਲੋਂ ਹੀ। ਗੁਰੂ ਬਣੇ। ਘੋਰ ਬੇਅਦਬੀ ਹੋ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰ 'ਤੇ ਚੜ੍ਹ ਕੇ, ਕਿਰਪਾਨਾਂ ਘੇਰੇ ਬੰਨੇ ਲੈ ਕੇ ਮੋਢਿਆਂ 'ਤੇ ਰੱਖ ਕੇ ਗੁਰੂ ਨੂੰ ਡਰਾ ਲੈਂਦੇ ਕਿਰਪਾਨ ਨਾਲ। ਐਡਾ ਕਿਰਪਾਨ ਨਾਲ ਪਿਆਰ ਕਰਦੇ, ਗੁਰੂ ਦੇ ਨੇੜੇ ਵੀ ਕਿਰਪਾਨ ਮੋਢੇ 'ਤੇ ਰੱਖੀ ਹੁੰਦੀ ਆ, ਇੰਝ ਕਰਕੇ, ਨੰਗੀ ਕਰਕੇ। ਇਹ ਕੀ ਹੈ ਜੀ ਜਿਹੜਾ ਤੁਸੀਂ ਰੱਖਿਆ ਇੱਥੇ? ਕਿਹਦਾ ਡਰ ਤੁਹਾਨੂੰ? ਇਹ ਮੋਢੇ 'ਤੇ ਕਿਉਂ ਰੱਖੀ ਫਿਰਦੇ ਜੀ? ਤੁਹਾਡੇ ਤੇ ਹਮਲਾ ਹੋਣ ਵਾਲਾ ਕੋਈ? ਇਹਨੂੰ ਪਰਾਂ ਕਿਉਂ ਨਹੀਂ ਰੱਖਦੇ? ਗੁਰੂ ਦੇ ਚਰਨਾਂ 'ਚ ਕਿਉਂ ਨਹੀਂ ਰੱਖਦੇ? ਇਹ ਨੰਗੀ ਕਰਕੇ ਗੁਰੂ ਦੇ ਘੇੜੇ ਬੰਨੇ ਕਿਉਂ ਘੁਮਾਈ ਫਿਰਦੇ ਜੀ? ਕਿਹਨੇ ਸਿਖਾਇਆ ਤੁਹਾਨੂੰ ਇਹ ਵਿੱਦਿਆ? ਕਿਹਨੇ ਦਿੱਤੀ? ਖੰਡਾ ਤੇ ਉੱਥੇ ਪਿਆ ਜਿਹੜਾ ਪਾਣੀ 'ਚ ਫੇਰਨਾ, ਜਿਹਦੇ 'ਚ ਪਤਾਸੇ ਖੋਰ ਨੇ।
ਬਾਟਾ ਵੀ ਪਰਾਂ ਪਿਆ ਹੈ। ਇਸ ਕਿਰਪਾਨ ਦਾ ਕੀ ਕੰਮ ਜਿਹੜੀ ਮੋਢੇ 'ਤੇ ਰੱਖ ਕੇ ਸਤਿਗੁਰੂ ਨੂੰ ਡਰਾਉਂਦੇ ਫਿਰਦੇ ਜੀ, ਆਪਦੀ ਤਾਕਤ ਵਿਖਾਉਂਦੇ ਜੀ, ਆਪਦੀਆਂ ਭਗੌਤੀਆਂ ਨੂੰ ਸਿਮਰਦੇ ਜੀ। ਭਗੌਤੀ ਨੇ ਸਾਰਾ ਕੁਛ ਖਤਮ ਕੀਤਾ, ਐਸੇ ਨਹੀਂ। ਜਦੋਂ ਤੁਸੀਂ ਭਗੌਤੀ 'ਤੇ ਇੰਨਾ ਵਿਸ਼ਵਾਸ ਕਰ ਲਿਆ ਵੀ ਸਾਡੇ ਸਤਿਗੁਰਾਂ ਨੇ ਕੁਛ ਨਹੀਂ ਦਿੱਤਾ, ਇਹ ਭਗੌਤੀ ਨਹੀਂ ਦਿੱਤਾ, ਦਿੱਲੀ ਦੇ ਤਖਤ ਤੋਂ ਲਾ ਲਿਆ ਉਹਨੇ, ਬਿਨਾਂ ਬਣੀਆਂ ਰਾਜ ਦਿੱਤਾ ਸੀ, ਨਹੀਂ ਤੁਸੀਂ ਆਪਦੀਆਂ ਆਈਆਂ ਤੁਹਾਡੇ ਖੋਲਿਆ। ਹਰ 30-40 ਸਾਲਾਂ ਬਾਅਦ ਤੁਹਾਡੇ 'ਤੇ ਆਫਦਾ ਆਉਂਦੀ ਆ, ਅਤੇ ਇੰਨੀ ਭਿਆਨਕ ਆਉਂਦੀ ਆ, ਟੱਬਰਾਂ ਦੇ ਟੱਬਰ ਰੋੜ ਕੇ ਲੈ ਜਾਂਦੀ। ਤੁਸੀਂ ਕੌਮ ਦੇ ਮਸਤਾਨੇ ਹੋਏ ਜੀ, ਧਰਮ ਗ੍ਰੰਥ ਦਾ ਤੁਹਾਨੂੰ ਕੋਈ ਗਿਆਨ ਨਹੀਂ, ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦਾ ਸੁਧਾਰਨ ਦਾ ਯਤਨ ਨਹੀਂ ਕਰ ਰਹੇ, ਅਤੇ ਆਉਂਦੀਆਂ ਰਹਿਣਗੀਆਂ ਜਿੰਨਾ ਚਿਰ ਤੁਸੀਂ ਸੁਧਾਰ ਨਹੀਂ ਕਰਦੇ। ਸੋ ਸਤਿਗੁਰੂ ਜੀ ਕੀ ਕਹਿੰਦੇ, ਵੱਖਰ ਤੇ ਵਣਜਾਰਿਆਂ ਦੋਹਾਂ ਰਹੀ ਸਮਾਏ, ਉਹਨਾਂ ਦੇ ਅੰਦਰ ਸਮਾ ਗਿਆ ਗਿਆਨ, ਜੋ ਇੱਥੋਂ ਗੁਥਲੀ ਖੋਲ੍ਹੀ ਇਹਦੇ ਵਿੱਚੋਂ ਰਤਨ ਨਿਕਲੇ। ਜਿਹੜੇ ਵੱਖਰੀ ਵਸਤੂ ਦੇ ਵਣਜਾਰੇ ਸਿੱਖ ਹਨ, ਉਹਨਾਂ ਨੇ ਇਸ ਗੁਥਲੀ ਵਿੱਚੋਂ ਵੱਖਰੀ ਵਸਤੂ ਦਾ ਵਪਾਰ ਕੀਤਾ, ਵਣਜ ਲਿਆ, ਇਕੱਤਰ ਕਰ ਲਿਆ, ਉਹਦੇ ਅਨੁਸਾਰ ਆਪਣਾ ਜੀਵਨ ਜਿਉਣਾ ਸ਼ੁਰੂ ਕੀਤਾ, ਆਪਣੇ ਆਪ ਨੂੰ ਢਾਲਿਆ। ਜਿਨ ਗੁਣ ਪੱਲੇ ਨਾਨਕਾ ਮਾਣਕ ਵਣਜੇ ਸੇ, ਮਾਨਸ ਮਾਣਕ ਵਣਜੇ ਸੇ, ਮੋਤੀ ਮਾਣਕ ਮੋਤੀ ਵਣਜੇ ਵਪਾਰ ਕਰੇ ਸੇ ਉਹ ਲੋਕ, ਜਿਨ ਗੁਣ ਪੱਲੇ ਨਾਨਕਾ, ਗੁਣ ਗੁਥਲੀ ਦੇ ਵਿੱਚੋਂ ਜੋ ਕੁਛ ਨਿਕਲਿਆ, ਜਿਹੜੇ ਸਾਡੇ ਸਤਿਗੁਰੂ ਜੀ ਛੱਡ ਕੇ ਗਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਤੇਰੇ ਮਨ ਪਿਆ ਨਿਧਾਨਾ। ਪਿਓ ਦਾਦੇ ਦੇ ਖਜ਼ਾਨੇ ਨੂੰ ਨਹੀਂ ਖੋਲ੍ਹਿਆ, ਆਪਦਿਆਂ ਹੀ ਉੱਲੂ ਦਿਆਂ ਪੱਠਿਆਂ ਦਾ ਲਿਖਿਆ ਹੋਇਆ ਗਿਆਨ ਆਪਣੇ ਦਿਮਾਗ 'ਤੇ ਬਿਠਾ ਲਿਆ, ਉਹਨਾਂ ਨੂੰ ਗੁਰੂ ਸਮਝ ਕੇ। ਕੱਛ 'ਚ ਰਹਿਤ ਮਰਿਆਦਾ ਵਾੜੀ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਹ ਵੇਖੋ ਜੀ, ਰਹਿਤ ਮਰਿਆਦਾ 'ਚ ਲਿਖਿਆ ਹੈ, ਅਤੇ ਮੂਰਖਾਂ ਦੀ ਬਣਾਈ ਹੋਈ ਹੈ। ਮੂਰਖ ਲੋਕ ਹਨ ਜਿਨ੍ਹਾਂ ਨੇ ਇਹ ਪੰਥਕ ਮਰਿਆਦਾ ਬਣਾਈ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦੇ ਉੱਤੇ ਯਕੀਨ ਨਹੀਂ। ਇਹ ਮੂਰਖ ਲੋਕ ਜਿਨ੍ਹਾਂ ਨੇ ਇਕੱਤਰ ਹੋ ਕੇ ਇਹ ਕਿਤਾਬਚੀ ਜੀ ਬਣਾਈ ਸੜੀ ਜੀ, ਕੱਛ 'ਚ ਮਾਰੀ ਫਿਰਦੇ, ਜਿਹੜੇ ਗੁਰੂ ਤੋਂ ਬਾਗੀ ਹੋਏ ਲੋਕ। ਇਹਨਾਂ ਵਿਚਾਰਿਆਂ ਨੂੰ ਕੀ ਪਤਾ ਇਸ ਵੱਖਰ ਵਸਤੂ ਦੇ ਵਿੱਚ ਕੀ ਹੈ, ਇਸ ਖਜ਼ਾਨੇ 'ਚ ਕੀ ਲਿਖਿਆ ਹੋਇਆ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕੀ ਹੈ। ਕੀ ਲੋੜ ਹੈ ਅਕਾਲ ਤਖਤ ਬਹਿ ਕੇ ਡਿਬੇਟ ਕਰਨ ਦੀ। ਵਾਕਈ ਅਸੀਂ ਸਹੀ ਜਾ ਰਹੇ ਹਾਂ, ਗਲਤ ਜਾ ਰਹੇ ਹਾਂ, ਗੁਰੂ ਦੇ ਗਿਆਨ ਅਨੁਸਾਰ ਚੱਲਦੇ ਹਾਂ ਜਾਂ ਗੁਰੂ ਦੇ ਗਿਆਨ ਤੋਂ ਬਾਗੀ ਹੋ ਗਏ। ਕੌਣ ਲੋਕ ਸਾਨੂੰ ਜਿਹੜੇ ਸਾਨੂੰ ਬਾਗੀ ਕਰ ਗਏ। ਇੰਨਾ ਪਿਆਰ ਤੁਹਾਡਾ ਕਿਉਂ ਮਨੀ ਸਿੰਘ ਨਾਲ, ਇੰਨਾ ਤੁਹਾਡਾ ਪਿਆਰ ਕਿਉਂ ਦੀਪ ਸਿੰਘ ਨਾਲ। ਉਹਨਾਂ ਦੋਵਾਂ ਕਾਰਨ ਤੁਸੀਂ ਗੁਰੂ ਤੋਂ ਬਾਗੀ ਕਿਉਂ ਆਏ ਫਿਰਦੇ ਜੀ, ਗੁਰੂ ਦੇ ਗਿਆਨ ਨੂੰ ਤਲਾਂਜਲੀ ਕਿਉਂ ਦੇਤੀ। ਮੈਂ ਤੁਹਾਨੂੰ ਕਿਹਾ ਸੀ 100 ਸਵਾਲ ਆਏਗਾ। ਪਹਿਲਾ ਸਵਾਲ ਸੀ ਤੁਸੀਂ ਅੰਮ੍ਰਿਤ ਕਿਉਂ ਛਕਿਆ, ਪੁੱਛ ਕੇ ਵੇਖੋ, ਆਸੇ ਪਾਸੇ ਨੂੰ ਪੁੱਛ ਕੇ ਵੇਖੋ, ਆਪੇ ਨੂੰ ਅੰਮ੍ਰਿਤ ਕਿਉਂ ਛਕਿਆ। ਕਿਸੇ ਕੋਲੇ ਕੋਈ ਜਵਾਬ ਨਹੀਂ। ਕਲਗੀਧਰ ਪਾਤਸ਼ਾਹ ਦਾ ਹੁਕਮ ਸੀ ਜੀ, ਅਤੇ ਉਦੋਂ ਪਹਿਲਾਂ ਮੇਰੇ ਕੋਲ ਇਹ ਵੀ ਆਇਆ ਸੀ, ਪਹਿਲਾਂ ਇੱਕ ਵਾਰੀ ਆਏ ਸਤਿਕਾਰ ਕਮੇਟੀ ਵਾਲੇ, ਕਹਿੰਦੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਅੰਮ੍ਰਿਤ ਛਕਣ ਨੂੰ ਲਿਖਿਆ ਹੀ ਨਹੀਂ। ਐਡੇ ਭਲੇ ਮਾਨਸ ਲੋਕ ਆਏ, ਐਡੇ ਵੱਡੇ ਗ੍ਰੰਥ ਨੂੰ ਕਿਵੇਂ ਜਾਣ ਲੈਣੇ। ਅੰਮ੍ਰਿਤ ਕੀ ਸਾਰ ਸੋਈ ਜਾਣੇ, ਜੋ ਅੰਮ੍ਰਿਤ ਕਾ ਵਪਾਰੀ ਹੈ, ਅੰਮ੍ਰਿਤ ਦੇ ਵਪਾਰੀ ਨਹੀਂ। ਅਤੇ ਬਾਹਰਲੇ ਅੰਮ੍ਰਿਤ ਦੀਆਂ ਗੱਲਾਂ ਕਰਨਗੇ। ਸਤਿਗੁਰੂ ਨੂੰ ਪਤਾ ਸੀ ਇਹ ਜਿੱਥੋਂ ਕਦੇ ਖਿਡਾਰੀ ਆ ਉਹ ਆਹ ਅੰਮ੍ਰਿਤ ਆ, ਇਹਨੂੰ ਜਾਣਨਗੇ। ਇਸ ਅੰਮ੍ਰਿਤ ਤੋਂ ਮੈਂ ਜਾਣਦੇ ਨਹੀਂ ਵਾਹਿਗੁਰੂ ਗੁਰੂ ਮੰਤਰ, ਅਤੇ ਉੱਥੋਂ ਅੰਮ੍ਰਿਤ ਇਹ ਮਿਲਦਾ। ਸੋ ਰਤਨਾ ਸਾਰ ਨਾ ਜਾਣੇ ਅੰਧੇ ਭਾਵੇਂ ਸੋਏ, ਭਾਵੇਂ ਸੋਏ। ਜਿਹੜਾ ਇਹਦੇ ਵਿੱਚ ਰਤਨ ਲਿਖੇ ਹੋਏ, ਗੁਰਬਾਣੀ ਲਿਖੀ ਹੋਈ, ਇਹਦੇ ਵਿੱਚ ਜਿਹੜੀ ਗੁਥਲੀ ਜਦੋਂ ਖੋਲ੍ਹੀ ਦੀ, ਗੁਰੂ ਗ੍ਰੰਥ ਸਾਹਿਬ ਖੋਲ੍ਹੀ ਦਾ, ਜੋ ਕੁਝ ਇਹਦੇ ਵਿੱਚ ਗਿਆਨ ਹੈ, ਜੋ ਕੁਝ ਇਹਦੇ ਵਿੱਚ ਸਮਝ ਹੈ, ਇਹ ਵਿਚਾਰੇ ਜਾਣਦੇ ਨਹੀਂ ਉਹਨੂੰ। ਅਣਜਾਣ ਲੋਕ ਹਨ, ਅਧਿਆਤਮਿਕ ਦੇ ਮਾਰਗ 'ਤੇ ਚੱਲਣ ਵਾਲੇ ਨਹੀਂ। ਅਧਿਆਤਮਿਕ ਦੇ ਮਾਰਗ 'ਤੇ ਚੱਲਣ ਵਾਲੇ ਲੋਕਾਂ ਨੂੰ ਇਹ ਮਾਹੌਲ ਕਰਨ ਵਾਲੇ ਲੋਕ ਹਨ। ਸਭ ਰਿਸ਼ੀਆਂ ਨੂੰ, ਸਭ ਮੁਨੀਆਂ ਨੂੰ, ਸਭ ਦੇਵੀਆਂ ਨੂੰ, ਸਭ ਦੇਵਤਿਆਂ ਨੂੰ, ਸਭ ਸੰਤਾਂ ਨੂੰ। ਗੁਰੂ ਗੋਬਿੰਦ ਸਿੰਘ ਜੀ ਨੇ ਜੇ ਇਸ ਦੁਨੀਆ ਦੇ ਵਿੱਚ ਰਹਿ ਕੇ ਕੁਛ ਲਿਖਿਆ ਹੈ, ਜਿੱਥੋਂ ਦੀ ਵੇਖੋ ਹੁਣ ਖੇਡ ਕੀ ਹੈ। ਗੁਰੂ ਗ੍ਰੰਥ ਸਾਹਿਬ ਜੀ ਰੂਹਾਨੀਅਤ ਬਾਰੇ ਲਿਖਦੇ, ਜਿੱਥੇ ਜਾ ਕੇ ਸਵਰਗ ਤੋਂ ਵੀ ਪਰੇ ਨਿਕਲ ਕੇ ਆਤਮਾ ਪਰਮਾਤਮਾ 'ਚ ਮਿਲਦੀ, ਉਹਨੂੰ ਇਹ ਮੰਨਦੇ ਹੀ ਨਹੀਂ।
ਤਲਾਂਜਲੀ ਦਿੱਤੀ ਹੋਈ। ਜਿੱਥੇ ਇਹਨਾਂ ਦੇ ਲੈਵਲ ਦਾ ਗੁਰੂ ਗੋਬਿੰਦ ਸਿੰਘ ਜੀ ਲਿਖ ਗਏ ਉਹਦੇ ਤੇ ਕਿੰਤੂ ਪਰੰਤੂ ਕਰਦੇ। ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂ ਲਿਖਤਾ ਜੀ? ਚੱਲੀ ਦੀ ਵਾਰ ਤੇ ਕਿਉਂ ਲਿਖਤਾ? ਅਵਤਾਰਾਂ ਦੀ ਕਥਾ ਕਿਉਂ ਲਿਖਤੀ ਉਹਨਾਂ ਨੇ? ਸੈਕਸ ਤੇ ਕਿਉਂ ਲਿਖਤਾ ਉਹਨਾਂ ਨੇ? ਪਹਿਲਾਂ ਤੁਹਾਡੇ ਤੋਂ ਪੁੱਛਣ ਆਉਂਦੇ ਹੋ, ਇਜਾਜ਼ਤ ਲੈਣ ਆਉਂਦੇ ਹੋਏ ਤੁਸੀਂ ਮੇਰੇ ਤੋਂ ਸਿਆਣੇ ਬਹੁਤ ਹੋ ਤੇ ਮੈਂ ਲਿਖ ਲਾਂ, ਤੇ ਤੁਸੀਂ ਪਹਿਲਾਂ ਇਜਾਜ਼ਤ ਦਿੰਦੇ ਹੋ ਉਹਨਾਂ ਨੂੰ, ਫਿਰ ਉਹ ਲਿਖਦੇ। ਇੰਨੇ ਵੱਡੇ ਤਾਂ ਨਹੀਂ ਹੋਏ ਆਪਾਂ ਜੀ, ਮਤਲਬ ਬਹੁਤ ਨਿੱਕੇ। ਸਤਿਗੁਰਾਂ ਦਾ ਮੁਕਾਬਲਾ ਤਾਂ ਨਹੀਂ ਕਰ ਸਕਦੇ। ਸੋ ਜੋ ਕੁਝ ਸਤਿਗੁਰਾਂ ਨੇ ਲਿਖਿਆ ਉਹ ਕੇਵਲ ਪਾਠ ਕਰਨ ਵਾਸਤੇ ਨਹੀਂ, ਇਹ ਕੇਵਲ ਪਾਠੀਆਂ ਦੇ ਢਿੱਡ ਭਰਨ ਵਾਸਤੇ ਨਹੀਂ ਆ। ਜਿਹੜੇ ਮੇਰੇ ਵੱਲ ਕੌੜਾ ਕੌੜਾ ਵੇਂਦੇ ਨਾ, ਇੱਥੇ ਜਗਤਾਰ ਸਿੰਘ ਹੈ ਇੱਕ, ਉਹ ਤਾਂ ਬਹੁਤਾ ਹੀ ਭੈੜਾ ਬੰਦਾ। ਜਗਤਾਰ ਸਿੰਘ ਕਮੋਲ ਸਿੰਘ ਬਰਾਦਰੀ ਨਾਲ ਸੰਬੰਧ ਰੱਖਦਾ। ਮੈਨੂੰ ਵੇਖ ਕੇ ਇੰਝ ਹੋਊ ਇਹਨੂੰ ਜਿੱਦਾਂ ਇਸ ਬੰਦੇ ਨੂੰ ਮੈਂ ਮਾਰ ਹੀ ਦਿਆਂ, ਪੱਕਾ ਦੁਸ਼ਮਣ ਜਿੱਦਾਂ, ਕੱਖ ਵੀ ਨਹੀਂ ਜਾਣਦਾ। ਸਾਰੀ ਉਮਰ ਜਿੰਨੇ ਗੁਰੂ ਘਰ ਦਾ ਹੀ ਖਾਧਾ ਤੇ ਉੱਥੋਂ ਹੀ ਪਰਿਵਾਰ ਪਾਲਿਆ ਤੇ ਉੱਥੋਂ ਹੀ ਖਾਂਦਾ ਤੇ ਉੱਥੇ ਹੀ ਅੱਗਦਾ, ਉੱਥੇ ਹੀ ਲੈਟਰਾਂ ਬਣਾਈਆਂ, ਉੱਤੋਂ ਦੀ ਵਸਤਰ ਪਹਿਨ ਲੈਂਦਾ, ਕਿਰਪਾਨ ਪਾ ਲੈਂਦਾ, ਚੌੜਾ ਜੋ ਕੇ ਤੁਰਿਆ ਫਿਰਦਾ, ਕੱਖ ਵੀ ਨਹੀਂ ਜਾਣਦਾ। ਲੋਕ ਮਗਰ ਲਾਏ। ਜਦੋਂ ਮੈਂ ਸੱਚ ਬੋਲਦਾ ਤਾਂ ਫਿਰ ਕੌੜਾ, ਤੇ ਵੇਖੇਗਾ ਜਿੱਥੇ ਵੀ ਮੈਨੂੰ ਮਿਲੇਗਾ। ਜਿਸ ਤਰ੍ਹਾਂ ਸੂਰ ਹੁੰਦਾ ਨਾ, ਕੋਈ ਸੂਰ ਤਰ੍ਹਾਂ ਲੈਂਦਾ, ਕੋਈ ਵਿਚਾਰ ਨਹੀਂ ਕਰ ਸਕਦਾ ਵੀ ਭਾਈ ਤੂੰ ਕੀ ਬੋਲਦਾ, ਕਰ ਖਾ ਮੇਰੇ ਨਾਲ ਵਿਚਾਰ। ਇਹਦੀ ਜੋਗਾ ਵੀ ਨਹੀਂ, ਤੁਹਾਨੂੰ ਪਤਾ ਵੀ ਮੈਂ ਗਲਤ ਹਾਂ। ਜੋ ਕੁਝ ਵੀ ਪੰਜਾਬੀ 'ਚ ਲਿਖਿਆ ਹੋਇਆ, ਸਾਡੀ ਮਾਤਰ ਭਾਸ਼ਾ 'ਚ ਲਿਖਿਆ ਹੋਇਆ, ਮਾਤ ਭਾਸ਼ਾ ਵਿੱਚ ਲਿਖਿਆ ਹੋਇਆ, ਮਾਂ ਬੋਲੀ 'ਚ ਲਿਖਿਆ ਹੋਇਆ, ਕੋਈ ਉਰਦੂ 'ਚ ਨਹੀਂ ਲਿਖਿਆ, ਕੋਈ ਫਾਰਸੀ 'ਚ ਨਹੀਂ ਲਿਖਿਆ, ਕੋਈ ਅਰਬੀ 'ਚ ਨਹੀਂ ਲਿਖਿਆ, ਕੋਈ ਸੰਸਕ੍ਰਿਤ 'ਚ ਨਹੀਂ ਲਿਖਿਆ, ਸਾਡੀ ਭਾਸ਼ਾ 'ਚ ਲਿਖਿਆ। ਵੀ ਇਹ ਬੰਦੇ ਭਲੇ ਮਾਨਸ ਆ, ਇਹਨਾਂ ਨੇ ਛੇਤੀ ਛੇਤੀ ਸਮਝਣਾ ਨਹੀਂ। ਇਹਨਾਂ ਦੀ ਭਾਸ਼ਾ 'ਚ ਲਿਖੀ, ਇਹਨਾਂ ਨੂੰ ਬੇਵਕੂਫ ਨਾ ਬਣਾ ਸਕੇ ਕੋਈ, ਤੇ ਬਣ ਗਏ। ਇਹਨਾਂ ਦੀ ਭਾਸ਼ਾ 'ਚ ਲਿਖਿਆ ਹੋਇਆ ਫਿਰ ਵੀ ਬੇਵਕੂਫ ਬਣ ਗਏ। ਜੋ ਕੁਝ ਸਾਡੇ ਸਤਿਗੁਰੂ ਜੀ ਕਰਨ ਨੂੰ ਨਹੀਂ ਕਹਿੰਦੇ, ਇਹ ਕਰ ਰਿਹਾ, ਠੋਕ ਵਜਾ ਕੇ ਕਰ ਰਿਹਾ, ਜ਼ੁਰਤ ਨਾਲ ਕਰ ਰਿਹਾ, ਤੇ ਮੈਂ ਜ਼ੁਰਤ ਨਾਲ ਬੋਲ ਰਿਹਾ। SSP ਸਾਹਿਬ ਦੇ ਪੇਸ਼ ਹੋਏ, ਉੱਤੋਂ ਪ੍ਰਧਾਨ ਮੰਤਰੀ ਦੀ ਚਿੱਠੀ ਆਈ, ਮੁੱਖ ਮੰਤਰੀ ਦੀ ਆਈ, DGP ਦੀ ਆਈ, ਹਾਈ ਕੋਰਟ ਦੀ ਆਈ, ਸੁਪਰੀਮ ਕੋਰਟ ਦੀ ਆਈ, SP ਨੂੰ ਲਿਖੀ ਉਹਦੀ ਆਈ। ਉਹਨੇ ਸੱਦ ਲਏ, ਆ ਜਾਓ। ਮੈਂ ਇੱਥੇ ਬਹਿਣਾ, ਅਕਾਲ ਤਖਤ ਦਾ ਜਥੇਦਾਰ ਸੱਦ ਲਓ, ਹੈੱਡ ਗ੍ਰੰਥੀ ਸੱਦ ਲਓ, ਪਿੰਦਰਪਾਲ ਸਿੰਘ ਸੱਦ ਲਓ, ਕਿਹੜੀ ਤੁਹਾਡੀ ਬੇਅਦਬੀ ਹੋਈ ਤੇ ਕੀ ਤੁਹਾਡੇ ਬਰਖਲਾਫ ਬੋਲਿਆ, ਕੀ ਧਰਮ ਕਹਿੰਦਾ ਤੇ ਕੀ ਨਹੀਂ ਕਹਿੰਦਾ, ਇੱਥੇ ਕਰੋ ਵਿਚਾਰ। ਨਹੀਂ ਤਾਂ ਹਾਈ ਕੋਰਟ ਸੱਦ ਲਓ, ਉੱਥੇ ਵਿਚਾਰ ਕਰ ਲਓ, ਸੁਪਰੀਮ ਕੋਰਟ ਸੱਦ ਲਓ, ਉੱਥੇ ਵਿਚਾਰ ਕਰ ਲਓ, ਬਾਕੀ ਧਰਮਾਂ ਦੇ ਬੰਦੇ ਇਕੱਠੇ ਕਰ ਲਓ, ਉੱਥੇ ਵਿਚਾਰ ਕਰ ਲਓ। ਤੁਸੀਂ ਡਾਂਗ ਨਾਲ ਕਿਸੇ ਬੰਦੇ ਨੂੰ ਕਿਵੇਂ ਨਮਾ ਸਕਦੇ? ਇਹ ਤੁਹਾਡਾ ਰਾਜ ਤੇ ਨਹੀਂ ਆ ਸਕਦਾ। ਕੱਟੜਪੰਥੀ ਉਹ ਤੁਹਾਡਾ ਰਾਜ ਨਹੀਂ ਆ ਸਕਦਾ, ਕਦੀ ਵੀ ਨਹੀਂ ਆ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।